ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਨੂੰ ਗੁਰਮਤ ਕਲਾਸ ਵਿੱਚ ਜੀ ਆਇਆਂ ਆਖਿਆ ਜਾਂਦਾ ਹੈ। ਆਪ ਸਾਰੀਆਂ ਭੈਣਾਂ ਔਰ ਵੀਰਾਂ ਦਾ ਸਵਾਗਤ ਹੈ ਜੀ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਸਾਰੇ ਹੀ ਭੈਣ ਭਰਾ ਮਿਲ ਕੇ ਆਸਾ ਕੀ ਵਾਰ ਦੀ ਪਾਵਨ ਬਾਣੀ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਅੱਜ ਅਸੀਂ 8ਵੀਂ ਪੌੜੀ ਦੀ ਵਿਚਾਰ ਸਾਂਝੀ ਕਰਾਂਗੇ। 8ਵੀਂ ਪੌੜੀ ਦੇ 2 ਸ਼ਲੋਕਾਂ ਦੀ ਵਿਚਾਰ ਆਪ ਸਮੂਹ ਸੰਗਤਾਂ ਨੇ ਕੱਲ ਸਾਂਝੀ ਕੀਤੀ ਸੀ, ਜਿਸ ਦੇ ਵਿੱਚ ਗੁਰਦੇਵ ਪਾਤਸ਼ਾਹ ਨੇ ਸੰਸਾਰ ਦੀ ਅਨੰਤਤਾ ਦਰਸਾਈ ਸੀ ਔਰ ਨਾਲ ਬਚਨ ਕੀਤਾ ਸੀ ਕਿ ਜੋ ਬਾਹਰੀ ਪਹਿਨਾਵੇ ਨੇ ਉਹਨਾਂ ਦੇ ਨਾਲ ਧਰਮ ਦਾ ਕੋਈ ਸੰਬੰਧ ਨਹੀਂ ਹੈ। ਜ਼ਿੰਦਗੀ ਦੇ ਅੰਦਰ ਸੱਚ ਦਾ ਹੋਣਾ ਅਤਿਅੰਤ ਜ਼ਰੂਰੀ ਹੈ। ਜੇ ਮਨੁੱਖ ਮਨ ਬਚਨ ਕਰਮ ਕਰਕੇ ਸੱਚ ਦਾ ਧਾਰਨੀ ਨਹੀਂ, ਜੇ ਮਨ ਬਚਨ ਕਰਮ ਕਰਕੇ ਪ੍ਰਭੂ ਦੀ ਰਜ਼ਾ ਦੇ ਅੰਦਰ ਰਾਜੀ ਨਹੀਂ, ਤਾਂ ਉਹਦੇ ਬਾਹਰਲੇ ਕੀਤੇ ਹੋਏ ਸਾਰੇ ਹੀ ਕਰਮ ਬੇਕਾਰ ਔਰ ਵਿਅਰਥ ਹੋ ਜਾਂਦੇ ਨੇ। ਔਰ ਗੁਰਦੇਵ ਪਾਤਸ਼ਾਹ ਨੇ ਬਚਨ ਕੀਤਾ ਸੀ, ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਗ, ਯਾਨੀ ਬਾਹਰੀ ਜੋ ਪਹਿਨਾਵੇ ਨੇ ਸੱਚ ਤੋਂ ਬਿਨਾਂ ਬੇਕਾਰ ਔਰ ਵਿਅਰਥ ਨੇ। ਨਾਲ ਸਾਨੂੰ ਸਮਝਾਇਆ ਸੀ ਕਿ ਜਿਹੜਾ ਸੰਸਾਰ ਨੂੰ ਪੈਦਾ ਕਰ ਰਿਹਾ ਹੈ, ਸੰਸਾਰ ਦੇ ਅੰਦਰ ਰਮਿਆ ਹੋਇਆ ਹੈ, ਉਹਨੇ ਹਰ ਜੀਵ ਜੰਤ ਦੇ ਰਿਜ਼ਕ ਦਾ, ਰੋਜੀ ਦਾ ਇੰਤਜ਼ਾਮ ਕੀਤਾ। ਇਸ ਬਾਰੇ ਆਪ ਨੇ ਕੱਲ ਬਹੁਤ ਵਿਸਥਾਰ ਦੇ ਨਾਲ ਸਰਵਣ ਕੀਤਾ ਸੀ। ਤਾਂ ਅੱਜ ਪੌੜੀ ਵਿੱਚ ਗੁਰਦੇਵ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਹਨ, ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ, ਕਿ ਹੇ ਪ੍ਰਭੂ ਤੂੰ ਸੱਚਾ ਮਾਲਕ ਹੈ, ਯਾਨੀ ਰੱਬ ਇੱਕ ਸदैवी ਸੱਚ ਹੈ। ਤੇ ਦੂਜੀ ਗੱਲ ਹੈ, ਏਕ ਤੂੰ, ਉਹ ਰੱਬ ਇੱਕ ਹੈ, ਉਹ 2 3 4 5 ਨਹੀਂ ਹਨ। ਅਲੱਗ-ਅਲੱਗ ਧਰਮਾਂ ਮਜ਼ਹਬਾਂ ਦਾ ਰੱਬ ਅਲੱਗ-ਅਲੱਗ ਨਹੀਂ ਹੋ ਸਕਦਾ। ਇੱਕ ਦੇ ਨਾਮ ਅਨੇਕਾਂ ਹੋ ਸਕਦੇ ਨੇ, ਕੋਈ ਰਾਮ ਕਹਿੰਦਾ ਹੈ, ਕੋਈ ਅੱਲਾ ਕਹਿੰਦਾ ਹੈ, ਕੋਈ ਰਹੀਮ ਕਹਿੰਦਾ ਹੈ, ਵਾਹਿਗੁਰੂ ਕਹਿੰਦਾ ਹੈ, ਪ੍ਰਭੂ ਕਹਿੰਦਾ ਹੈ, ਜਾਂ ਗੋਡ ਕਹਿੰਦਾ ਹੈ। ਇਹ ਇੱਕ ਵੱਖਰਾ ਵਿਸ਼ਾ ਹੈ, ਲੇਕਿਨ ਰੱਬ ਇੱਕ ਹੈ ਔਰ ਉਹ ਇੱਕ ਹੀ ਇਸ ਸੰਸਾਰ ਦੇ ਅੰਦਰ ਫੈਲਿਆ ਹੋਇਆ ਹੈ। ਤੇ ਤੀਜੀ ਗੱਲ ਕਹਿੰਦੇ ਨੇ, ਸੱਚੋ ਸੱਚ ਵਰਤਾਇਆ, ਕਿ ਹੇ ਪ੍ਰਭੂ ਤੂੰ ਇਸ ਕਾਇਨਾਤ ਦੇ ਅੰਦਰ ਜੋ ਵੀ ਵਰਤਾਇਆ ਹੈ ਉਹ ਸੱਚ ਵਰਤਾਇਆ ਹੈ, ਯਾਨੀ ਝੂਠ ਨਹੀਂ ਹੈ। ਤੇਰੇ ਜੋ ਨਿਯਮ ਨੇ, ਲਾ ਆਫ ਨੇਚਰ ਹੈ, ਉਹ ਇੱਕ ਅਟਲ ਨਿਯਮ ਹੈ। ਜਿਹੜਾ ਵੀ ਸੱਚ ਨੂੰ ਬੇਸ ਬਣਾ ਕੇ ਜ਼ਿੰਦਗੀ ਜੀਵੇਗਾ ਉਹਦਾ ਹੀ ਜੀਵਨ ਸਫਲਾ ਹੋਏਗਾ। ਜਿਸ ਤੂੰ ਦੇਹ ਤਿਸ ਮਿਲੇ ਸੱਚ, ਤਾਂ ਤਿਨੀ ਸੱਚ ਕਮਾਇਆ। ਹੇ ਮਾਲਕ, ਜਿਨ੍ਹਾਂ ਤੇ ਤੂੰ ਰਹਿਮਤ ਕਰਦਾ ਹੈ ਉਹਨਾਂ ਨੂੰ ਤੂੰ ਸੱਚ ਦੀ ਦਾਤ ਦਿੰਦਾ ਹੈ, ਤੇ ਉਹਨਾਂ ਦੇ ਜੀਵਨ ਦੀ ਨਿਸ਼ਾਨੀ ਇਹ ਹੈ ਕਿ ਉਹ ਸੱਚ ਕਮਾਉਂਦੇ ਨੇ, ਯਾਨੀ ਸੱਚ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਦੇ ਨੇ। ਹੁਣ ਇੱਥੇ ਕਈ ਵਾਰ ਸਾਨੂੰ ਭੁਲੇਖਾ ਪੈ ਜਾਂਦਾ ਹੈ ਕਿ ਰੱਬ ਜੋ ਹੈ ਉਹ ਜੀਵਨ ਦੇ ਅੰਦਰ, ਜੀਵਨ ਦੇ ਵਿੱਚ ਸਾਨੂੰ ਉਹ ਸੱਚ ਦੇਵੇਗਾ, ਕਿਰਪਾ ਕਰੇਗਾ, ਤਾਂ ਅਸੀਂ ਸੱਚ ਦੇ ਨਾਲ ਜੁੜਾਂਗੇ। ਇੱਥੇ ਆਣ ਕੇ ਸਾਨੂੰ ਥੋੜੀ ਜਿਹੀ ਪ੍ਰੋਬਲਮ ਆ ਜਾਂਦੀ ਹੈ ਵੀ ਰੱਬ ਕਿਰਪਾ ਕਰੇਗਾ ਤਾਂ ਅਸੀਂ ਸੱਚ ਨਾਲ ਜੁੜਾਂਗੇ। ਤੇ ਇਹਦਾ ਦੂਜਾ ਭਾਵ ਇਹ ਹੋਏਗਾ ਕਿ ਜੇ ਅਸੀਂ ਸੱਚ ਨਹੀਂ ਬੋਲ ਰਹੇ, ਇਟ ਮੀਨਸ ਜੇ ਸੱਚ ਨਹੀਂ ਬੋਲ ਰਹੇ ਤਾਂ ਇਹਦਾ ਮਤਲਬ ਇਹ ਹੈ ਕਿ ਦੋਸ਼ ਰੱਬ ਦਾ ਹੋ ਗਿਆ। ਦੋਸ਼ ਰੱਬ ਦਾ ਹੋ ਗਿਆ ਨਾ, ਕਿਉਂਕਿ ਉਹਨੇ ਸਾਡੇ ਤੇ ਕਿਰਪਾ ਨਹੀਂ ਕੀਤੀ। ਤਾਂ ਇਸ ਬਾਰੇ ਅਸੀਂ ਪਹਿਲਾਂ ਕਈ ਵਾਰ ਵਿਚਾਰ ਕਰ ਚੁੱਕੇ ਹਾਂ ਕਿ ਰੱਬ ਦੀ ਰਹਿਮਤ ਸਾਰੇ ਜਗਤ ਦੇ ਅੰਦਰ ਹੈ, ਸਾਰੇ ਜਗਤ ਵਿੱਚ ਹੈ, ਲੇਕਿਨ ਅਸੀਂ ਉਸ ਰਹਿਮਤ ਦੇ ਪਾਤਰ ਨਹੀਂ ਬਣ ਰਹੇ। ਦੇਖੋ ਆ ਧਰਤੀ, ਆਕਾਸ਼, ਗ੍ਰਹਿ, ਨਕਸ਼ਤਰ, ਇਹ ਸਾਰਾ ਕੁਛ ਕੀ ਹੈ? ਇਹ ਸਾਰੇ ਦਾ ਸਾਰਾ ਰੱਬ ਦੀ ਰਹਿਮਤ ਹੈ। ਅਸੀਂ ਉਹਦੀ ਰਹਿਮਤ ਦੇ ਪਾਤਰ ਬਣਨਾ ਹੈ। ਸੱਚ ਸਾਡੇ ਅੰਦਰ ਸਮਾਇਆ ਹੋਇਆ ਹੈ। ਕਹਿਣ ਤੋਂ ਮੁਰਾਦ ਕਿ ਕੋਈ ਵੀ ਐਸਾ ਮਨੁੱਖ ਨਹੀਂ ਜਿਸ ਨੂੰ ਇਹ ਪਤਾ ਨਾ ਹੋਏ ਕਿ ਮੈਂ ਸੱਚ ਬੋਲ ਰਿਹਾ ਜਾਂ ਝੂਠ ਬੋਲ ਰਿਹਾ। ਸੱਚ ਸਾਡੇ ਸਾਰਿਆਂ ਦੇ ਅੰਦਰ ਹੈ, ਪਰ ਅਸੀਂ ਉਸ ਕਿਰਪਾ ਨੂੰ ਵਰਤ ਨਹੀਂ ਰਹੇ। ਤਾਂ ਹੁਣ ਉਸ ਸੱਚ ਨੂੰ ਅਸੀਂ ਕਿਵੇਂ ਵਰਤਣਾ ਹੈ, ਕਿਰਪਾ ਸਾਡੇ ਤੇ ਕਿਵੇਂ ਹੋਣੀ ਹੈ, ਉਹਨੂੰ ਅਗਲੇ ਪੰਕਤੀ ਦੇ ਅੰਦਰ ਬੜੇ ਪਿਆਰ ਦੇ ਨਾਲ ਸਾਨੂੰ ਖੋਲ ਕੇ ਸਮਝਾ ਰਿਹਾ। ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕੈ ਹਿਰਦੈ ਸੱਚ ਵਸਾਇਆ। ਸਤਿਗੁਰ ਮਿਲਿਆ ਦਾ ਮਤਲਬ ਸਤਿਗੁਰ ਦੇ ਮਿਲਣ ਨਾਲ, ਸੱਚ ਪਾਇਆ ਦਾ ਮਤਲਬ ਸੱਚ ਪਾਇਆ ਜਾਂਦਾ ਹੈ।
ਔਰ ਉਹਨਾਂ ਦੇ ਹਿਰਦੇ ਦੇ ਅੰਦਰ ਸੱਚ ਵਸ ਜਾਂਦਾ ਹੈ। ਜਿਨ ਕੇ ਹਿਰਦੇ ਸੱਚ ਵਸਾਇਆ ਦਾ ਮਤਲਬ ਜਿਨ੍ਹਾਂ ਦੇ ਹਿਰਦੇ ਵਿੱਚ ਸੱਚ ਵਸਿਆ ਹੈ ਉਹਨਾਂ ਨੂੰ ਉਹ ਸੱਚ ਕਿਵੇਂ ਮਿਲਿਆ ਹੈ? ਸਤਿਗੁਰ ਮਿਲਿਆ ਹੈ, ਗੁਰੂ ਦੇ ਮਿਲਾਪ ਕਰਕੇ। ਇਹਦਾ ਮਤਲਬ ਗੁਰੂ ਦਾ ਮਿਲਾਪ ਰੱਬ ਦੀ ਰਹਿਮਤ ਹੈ, ਗੁਰੂ ਦੀ ਕਿਰਪਾ ਹੀ ਰੱਬ ਦੀ ਕਿਰਪਾ ਹੈ। ਤੇ ਗੁਰੂ ਜਦੋਂ ਕਿਰਪਾ ਕਰਦਾ ਹੈ ਉਦੋਂ ਕੀ ਕਰਦਾ ਹੈ? ਗੁਰੂ ਸਾਨੂੰ ਗਿਆਨ ਦੀ ਦਾਤ ਦਿੰਦਾ ਹੈ। ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼। ਇਹਦਾ ਮਤਲਬ ਇਹ ਹੈ ਕਿ ਜੇ ਕੋਈ ਰੱਬ ਦੀ ਰਹਿਮਤ ਪਾਣਾ ਚਾਹੁੰਦਾ ਹੈ ਤਾਂ ਉਹ ਪ੍ਰਭੂ ਦੇ ਚਰਨਾਂ ਵਿੱਚ ਜੇ ਕੋਈ ਜੁੜਨਾ ਚਾਹੁੰਦਾ ਹੈ ਤਾਂ ਉਹ ਕੀ ਕਰੇ? ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਵੇ ਔਰ ਗੁਰੂ ਦੇ ਦੱਸੇ ਰਾਹਾਂ ਤੇ ਤੁਰੇ। ਤਾਂ ਇਹਨੂੰ ਅਸੀਂ ਸੌਖੇ ਸ਼ਬਦਾਂ ਵਿੱਚ ਐਵੇਂ ਬਿਆਨ ਕਰ ਸਕਦੇ ਹਾਂ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੇ ਜੋ ਸਾਨੂੰ ਵੇ ਆਫ ਲਾਈਫ ਦਿੱਤਾ ਹੈ, ਉਸ ਵੇ ਆਫ ਲਾਈਫ ਨੂੰ ਬੰਦਾ ਅਪਣਾ ਲਵੇ ਤਾਂ ਉਹ ਰੱਬ ਦੀ ਰਹਿਮਤ ਦਾ ਪਾਤਰ ਬਣ ਜਾਏਗਾ। ਅਗਲਾ ਬਚਨ ਕਰਦੇ ਨੇ, ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ। ਜੋ ਮੂਰਖ ਨੇ ਉਹ ਸੱਚ ਨੂੰ ਨਹੀਂ ਜਾਣਦੇ, ਉਹਨਾਂ ਦਾ ਸੱਚ ਦੇ ਨਾਲ ਸੰਬੰਧ ਨਹੀਂ ਬਣਦਾ। ਮਨਮੁਖੀ ਜਨਮ ਗਵਾਇਆ, ਉਹਨਾਂ ਮਨਮੁਖਾਂ ਨੇ ਮਾਨੋ ਆਪਣਾ ਸਾਰਾ ਜਨਮ ਹੀ ਵਿਅਰਥ ਗਵਾ ਲਿਆ ਹੈ। ਹੁਣ ਇੱਥੇ ਜਿਸ ਨੂੰ ਪਹਿਲੇ ਹਿੱਸੇ ਵਿੱਚ ਮੂਰਖ ਕਹਿ ਰਹੇ ਨੇ, ਇਸੇ ਪੰਕਤੀ ਦੇ ਦੂਜੇ ਹਿੱਸੇ ਦੇ ਅੰਦਰ ਉਸ ਨੂੰ ਮਨਮੁਖ ਕਹਿ ਰਹੇ ਨੇ। ਮਨਮੁਖ ਦਾ ਮਤਲਬ ਆਪ ਖੁਦਰਾ, ਜੋ ਗੁਰੂ ਦੇ ਦੱਸੇ ਰਾਹ ਤੇ ਨਹੀਂ ਤੁਰਦਾ, ਜੋ ਸੱਚੇ ਗਿਆਨ ਮੁਤਾਬਕ ਜ਼ਿੰਦਗੀ ਨਹੀਂ ਜੀਂਦਾ, ਜੋ ਸਮਾਜ ਦੇ ਨਿਯਮਾਂ ਨੂੰ ਤੋੜਦਾ ਹੈ, ਜੋ ਕੁਦਰਤ ਦੇ ਨਿਯਮਾਂ ਨੂੰ ਤੋੜਦਾ ਹੈ, ਕਿਸੇ ਦੇਸ਼ ਦੇ ਨਿਯਮਾਂ ਨੂੰ ਤੋੜਦਾ ਹੈ, ਕਾਨੂੰਨਾਂ ਨੂੰ, ਪਰਿਵਾਰਕ ਨਿਯਮਾਂ ਨੂੰ ਤੋੜਦਾ ਹੈ, ਆਪ ਖੁਦਰਾ। ਉਹ ਸੱਚ ਨੂੰ ਜਾਣਦਾ ਨਹੀਂ, ਸੱਚ ਦੇ ਨਾਲ ਸੰਬੰਧ ਨਹੀਂ ਜੋੜਦਾ, ਅੰਦਰ ਪਏ ਹੋਏ ਸੱਚ ਨੂੰ ਉਹ ਸਮਝਦਾ ਨਹੀਂ, ਉਹ ਬੰਦਾ ਆਪਣੀ ਜ਼ਿੰਦਗੀ ਗਵਾ ਲੈਂਦਾ। ਤੇ ਗੁਰੂ ਜੀ ਅਖੀਰ ਵਿੱਚ ਕਹਿੰਦੇ ਨੇ, ਵਿੱਚ ਦੁਨੀਆ ਕਾਹੇ ਆਇਆ। ਐਸਾ ਜੋ ਮਨੁੱਖ ਹੈ ਉਹ ਦੁਨੀਆ ਦੇ ਅੰਦਰ ਕਿਉਂ ਆਇਆ? ਭਾਵ ਐਸਾ ਮਨੁੱਖ ਦੁਨੀਆ ਦੇ ਅੰਦਰ ਨਾ ਹੀ ਆਉਂਦਾ ਤਾਂ ਉਹ ਠੀਕ ਸੀ, ਭਾਵ ਕਿ ਉਹਦਾ ਇਸ ਸੰਸਾਰ ਦੇ ਅੰਦਰ ਆਉਣਾ ਬੇਕਾਰ ਔਰ ਵਿਅਰਥ ਹੈ। ਤਾਂ ਇਸ ਪੌੜੀ ਤੋਂ ਸਾਨੂੰ ਜੋ ਸੇਧ ਮਿਲਦੀ ਹੈ ਜ਼ਿੰਦਗੀ ਜੀਣ ਲਈ, ਉਹ ਇਹ ਹੈ ਕਿ ਅਸੀਂ ਗੁਰੂ ਗਿਆਨ ਦੀ ਅਗਵਾਈ ਵਿੱਚ ਤੁਰਨਾ ਹੈ, ਆਪਣੇ ਅੰਦਰ ਪਏ ਹੋਏ ਸੱਚ ਨੂੰ ਪਛਾਣਨਾ ਹੈ। ਹਰ ਇਨਸਾਨ ਦੇ ਅੰਦਰ ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵੈਰਾਗ, ਨਿਮਾਨਤਾ, ਸੇਵਾ, ਸਿਮਰਨ, ਪ੍ਰੇਮ, ਕੁਰਬਾਨੀ ਆਦਿਕ ਦੇ ਸ਼ੁਭ ਜਜ਼ਬੇ ਪਏ ਹੋਏ ਨੇ। ਉਹਨਾਂ ਨੂੰ ਅੰਦਰੋਂ ਵਰਤਣਾ ਹੈ, ਗਿਆਨ ਦੀ ਸਹੀ ਵਰਤੋਂ ਕਰਨੀ ਹੈ, ਗੁਰਬਾਣੀ ਦੀ ਰੋਸ਼ਨੀ ਦੇ ਅੰਦਰ ਜ਼ਿੰਦਗੀ ਜੀਣੀ ਹੈ। ਗੁਰਬਾਣੀ ਸਿੱਖ ਦਾ ਆਧਾਰ ਹੈ, ਗੁਰਬਾਣੀ ਸਿੱਖ ਦੇ ਜੀਵਨ ਦੀ ਥੰਮੀ ਹੈ, ਗੁਰਬਾਣੀ ਹੀ ਸਿੱਖ ਦਾ ਗੁਰੂ ਹੈ ਔਰ ਗੁਰੂ ਦੇ ਦੱਸੇ ਰਾਹਾਂ ਤੇ ਜੀਵਨ ਗੁਜ਼ਾਰ ਕੇ ਆਪਣੇ ਜੀਵਨ ਨੂੰ ਸਫਲ ਕਰਨਾ। ਅਗਲੇ ਸ਼ਲੋਕ ਵਿੱਚ, ਕਿਉਂਕਿ ਬਹੁਤ ਸਾਰੇ ਕਰਮ ਕਾਂਡ ਨੇ, ਐਸੇ ਕਰਮ ਜਿਨ੍ਹਾਂ ਨੂੰ ਮਨੁੱਖ ਧਰਮ ਸਮਝ ਲੈਂਦਾ ਹੈ, ਲੇਕਿਨ ਵਾਸਤਵ ਦੇ ਅੰਦਰ ਉਹ ਧਰਮ ਹੁੰਦੇ ਨਹੀਂ, ਉਹਨਾਂ ਚੀਜ਼ਾਂ ਦਾ ਕੋਈ ਲਾਭ ਹੁੰਦਾ ਨਹੀਂ ਤੇ ਮਨੁੱਖ ਉਹ ਕਰਮ ਕਰੀ ਜਾਂਦਾ ਹੈ। ਲੇਕਿਨ ਉਹਨਾਂ ਚੀਜ਼ਾਂ ਦਾ ਲਾਭ ਵੀ ਹੋ ਸਕਦਾ ਹੈ, ਲਾਭ ਵੀ ਹੋ ਸਕਦਾ ਹੈ ਜੇ ਸਹੀ ਵਰਤੋਂ ਕਰੇ। ਤੇ ਜੇ ਬੰਦਾ ਗਿਆਨ ਦੀ ਸਹੀ ਵਰਤੋਂ ਨਹੀਂ ਕਰਦਾ, ਉਹ ਗਿਆਨ ਟੁੱਟੀ ਦੀਵਾਨੀ ਦਾ ਨਹੀਂ। ਮੰਨ ਲਓ ਕਿ ਕੋਈ ਬੰਦਾ ਕਾਰ ਡਰਾਈਵ ਵਗੈਰਾ ਕਰ ਸਕਦਾ ਹੈ, ਬੱਸ ਟਰੱਕ ਚਲਾ ਸਕਦਾ ਹੈ, ਡਰਾਈਵਿੰਗ ਲਾਇਸੈਂਸ ਹੈ, ਬਹੁਤ ਚੰਗਾ ਡਰਾਈਵਰ ਹੈ ਉਹ ਬੰਦਾ, ਤੇ ਉਹਨੂੰ ਜੌਬ ਵੀ ਮਿਲਦੀ ਹੈ, ਪਰ ਉਹ ਜੌਬ ਨਹੀਂ ਕਰਦਾ ਤੇ ਭੁੱਖਾ ਮਰ ਰਿਹਾ ਹੈ, ਤੇ ਫਿਰ ਉਸ ਗਿਆਨ ਦਾ ਫਾਇਦਾ ਨਾ ਹੋਇਆ। ਲਾਭ ਤੇ ਤਾਂ ਹੀ ਹੈ ਕਿ ਜੇ ਉਸ ਗਿਆਨ ਦੀ ਬੰਦਾ ਵਰਤੋਂ ਕਰਦਾ ਹੈ। ਜੇ ਕੋਈ ਇੰਜੀਨੀਅਰ ਹੈ, ਉਹਦੇ ਕੋਲ ਗਿਆਨ ਹੈ, ਪਰ ਜੇ ਉਹਦੀ ਵਰਤੋਂ ਨਹੀਂ ਕਰਦਾ ਤਾਂ ਫਿਰ ਉਹਦੇ ਇੰਜੀਨੀਅਰ ਹੋਣ ਦਾ ਕੋਈ ਲਾਭ ਨਹੀਂ। ਜੇ ਉਸ ਗਿਆਨ ਦੀ ਗਲਤ ਵਰਤੋਂ ਕਰਦਾ ਹੈ ਤਾਂ ਵੀ ਉਹਦਾ ਕੋਈ ਲਾਭ ਨਹੀਂ। ਤਾਂ ਗੁਰੂ ਜੀ ਹੁਣ ਇੱਥੇ ਇੱਕ ਧਾਰਮਿਕ ਕਿਰਿਆ ਦਾ ਸਾਡੇ ਸਾਹਮਣੇ ਖੁਲਾਸਾ ਕਰ ਰਹੇ ਨੇ। ਪੜ ਪੜ ਗੱਡੀ ਲੱਦੀਆਂ ਹੈ, ਪੜ ਪੜ ਭਰੀਆਂ ਸਾਥ। ਕਿ ਜੇ ਕੋਈ ਮਨੁੱਖ ਧਰਮ ਗ੍ਰੰਥ ਪੜ੍ਹੇ ਔਰ ਧਰਮ ਗ੍ਰੰਥ ਪੜ ਪੜ ਕੇ ਗੱਡੀਆਂ ਲੱਦ ਲਵੇ। ਪਹਿਲਾਂ ਗੱਡੀਆਂ ਔਰ ਗੱਡੇ ਹੁੰਦੇ ਸਨ ਨਾ, ਜਿਨ੍ਹਾਂ ਦੇ ਉੱਤੇ ਸਮਾਨ ਲੱਦ ਕੇ, ਕਣਕ ਵਗੈਰਾ ਜਾਂ ਹੋਰ ਫਸਲਾਂ ਲੱਦ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਜਾਂਦੇ ਸਨ।
ਗੁਰੂ ਜੀ ਕਹਿੰਦੇ ਹਨ ਕੋਈ ਇੰਨੇ ਧਰਮ ਗ੍ਰੰਥ ਪੜ੍ਹੇ ਕਿ ਪੜ੍ਹ ਪੜ੍ਹ ਕੇ ਗੱਡੇ ਲੱਦੇ ਜਾਣ। ਪੜ੍ਹ ਪੜ੍ਹ ਭਰੀਏ ਸਾਥ। ਸਾਥ ਦਾ ਮਤਲਬ ਕਾਫਲਾ, ਇੱਕ ਗੱਡਾ ਨਹੀਂ, ਗੱਡਿਆਂ ਦੇ ਗੱਡੇ, ਕਈ ਕਾਫਲੇ ਹੋ ਜਾਣ ਗੱਡਿਆਂ ਦੇ। ਤੇ ਜੇ ਬੰਦਾ ਉਸ ਪੜ੍ਹੇ ਹੋਏ ਦੇ ਉੱਤੇ ਅਮਲ ਨਹੀਂ ਕਰਦਾ, ਔਰ ਜੇ ਬੰਦਾ ਸੱਚ ਦੇ ਨਾਲ ਨਹੀਂ ਜੁੜਿਆ, ਤਾਂ ਉਹਦੇ ਇਹ ਧਰਮ ਗ੍ਰੰਥ ਪੜ੍ਹੇ ਕੁਛ ਨਹੀਂ ਕਰਨਗੇ। ਅਗਲਾ ਬਚਨ ਕਰਦੇ ਨੇ, ਪੜ੍ਹ ਪੜ੍ਹ ਬੇੜੀ ਪਾਈਐ, ਪੜ੍ਹ ਪੜ੍ਹ ਗੱਡੀਆਂ ਖਾਤ। ਇੰਨੇ ਧਰਮ ਗ੍ਰੰਥ ਪੜ੍ਹ ਲਵੇ ਕਿ ਗੱਡੇ ਵੀ ਲੱਦੇ ਜਾਣ ਤੇ ਫਿਰ ਬੇੜੀਆਂ ਵਿੱਚ ਪਾ ਲਵੇ, ਬੇੜੀਆਂ ਭਰ ਲਵੇ, ਕਿਸ਼ਤੀਆਂ, ਜਹਾਜ਼ ਭਰ ਲੈ। ਪੜ੍ਹ ਪੜ੍ਹ ਗੱਡੀਆਂ ਖਾਤ, ਇੰਨੇ ਧਰਮ ਗ੍ਰੰਥ ਪੜ੍ਹ ਲੈ ਕਿ ਟੋਏ, ਬੇੜੀਆਂ ਵੀ ਭਰ ਜਾਣ, ਟੋਏ ਭਰ ਲਵੇ, ਤਹਿਖਾਨੇ ਭਰ ਲਵੇ। ਖਾਤ ਦਾ ਮਤਲਬ ਖੱਡੇ ਖੂਦ ਕੇ, ਧਰਮ ਗ੍ਰੰਥ ਪੜ੍ਹ ਪੜ੍ਹ ਕੇ ਖੱਡੇ ਭਰ ਦੇਵੇ, ਤਹਿਖਾਨੇ ਭਰ ਲਵੇ। ਪੜ੍ਹੀਏ ਜੇਤੇ ਬਰਸ ਬਰਸ, ਉਮਰ ਦੇ ਜਿੰਨੇ ਵੀ ਸਾਲ ਨੇ, ਸਾਲਾਂ ਦੇ ਸਾਲ ਪੜੀ ਜਾਏ। ਪੜ੍ਹੀਏ ਜੇਤੇ ਮਾਸ, ਜਿੰਨੇ ਮਰਜ਼ੀ ਮਹੀਨਿਆਂ ਦੇ ਮਹੀਨੇ ਪੜੀ ਜਾਏ, ਸਾਲਾਂ ਬੱਧੀ ਪੜੀ ਜਾਏ, ਮਹੀਨਿਆਂ ਬੱਧੀ ਪੜੀ ਜਾਏ। ਪੜ੍ਹੀਏ ਜੇਤੀ ਆਰਜਾ, ਜਿੰਨੀ ਉਮਰ ਹੈ ਉਹਦੀ, ਆਰਜਾ ਦਾ ਮਤਲਬ ਉਮਰ, ਸਾਰੀ ਉਮਰ ਬਿਨਾਂ ਰੋਕ ਤੋਂ ਕੰਟੀਨਿਊ ਪੜ੍ਹਦਾ ਰਹੇ। ਪੜ੍ਹੀਏ ਜੇਤੇ ਸਾਸ, ਹਰ ਸਵਾਸ ਦੇ ਨਾਲ ਪੜੇ, ਧਰਮ ਗ੍ਰੰਥ ਪੜੇ। ਪਰ ਗੁਰੂ ਜੀ ਕਹਿੰਦੇ ਨੇ, ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਚਖਣਾ ਚਾਖ। ਲੇਖੇ ਤੇ ਇੱਕ ਗੱਲ ਲੱਗਣੀ ਹੈ, ਬਾਕੀ ਤਾਂ ਹਉਮੈ ਦੇ ਵਾਦ ਵਿਵਾਦ ਨੇ ਕਿ ਮੈਂ ਇੰਨਾ ਪੜ੍ਹਿਆ, ਮੈਨੂੰ ਇੰਨਾ ਕੁਛ ਯਾਦ ਹੈ, ਮੇਰੇ ਕੋਲ ਇੰਨਾ ਗਿਆਨ ਹੈ। ਲੇਖੇ ਇੱਕ ਗੱਲ ਲੱਗਣੀ ਸੀ, ਸੱਚ ਨੂੰ ਜਾਣ ਲੈਣਾ। ਲੇਖੇ ਇੱਕ ਗੱਲ ਲੱਗਣੀ ਸੀ, ਸਚਿਆਰ ਹੋ ਜਾਣਾ, ਮਨ, ਬਚਨ ਔਰ ਕਰਮ ਕਰਕੇ। ਗੁਰੂ ਜੀ ਦਾ ਪਾਵਨ ਬਚਨ ਹੈ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਲੇਖੇ ਤੇ ਇਹ ਗੱਲ ਲੱਗਣੀ ਸੀ ਕਿ ਇੱਕ ਦੇ ਨਾਲ ਜੁੜ ਜਾਂਦਾ, ਅੰਦਰੋਂ ਬਾਹਰੋਂ ਇੱਕ ਹੋ ਜਾਂਦਾ, ਮਨ, ਬਚਨ, ਕਰਮ ਕਰਕੇ ਇੱਕ ਹੋ ਜਾਂਦਾ। ਮੈਂਟੈਲਿਟੀ ਵਿੱਚ ਵੀ ਸੱਚ ਹੁੰਦਾ, ਬੋਲਾਂ ਵਿੱਚ ਵੀ ਸੱਚ ਹੁੰਦਾ, ਵਿਹਾਰ ਵਿੱਚ ਵੀ ਸੱਚ ਹੁੰਦਾ, ਸਾਰਿਆਂ ਦੇ ਨਾਲ ਮਿਲਵਰਤਨ ਇੱਕ ਜੈਸਾ ਹੁੰਦਾ, ਮੇਰ ਤੇਰ ਦੇ ਵਿਤਕਰੇ ਨਾ ਹੁੰਦੇ। ਲੇਖੇ ਤੇ ਇਹ ਗੱਲ ਲੱਗਣੀ ਹੈ, ਬਾਕੀ ਤਾਂ ਸਾਰੇ ਹਉਮੈ ਦੇ ਵਾਦ ਵਿਵਾਦ ਨੇ। ਉਸ ਸਮੇਂ ਗੁਰੂ ਨਾਨਕ ਦੇਵ ਜੀ ਦੇ ਸਮੇਂ ਧਰਮ ਗ੍ਰੰਥਾਂ ਦਾ ਪਠਨ ਪਾਠਨ ਹੁੰਦਾ ਸੀ ਕਿ ਇਹ ਪਾਠ ਕਰ ਲਓ, ਇਹ ਮੰਤਰ ਪੜ੍ਹ ਲਓ, ਤੇ ਪੜ੍ਹਨ ਦੇ ਨਾਲ ਦੇਵਤਾ ਖੁਸ਼ ਹੋਏਗਾ, ਫਿਰ ਉਹ ਆਣ ਕੇ ਹਾਜ਼ਰ ਹੋਏਗਾ ਤੇ ਜੋ ਮਰਜ਼ੀ ਮੰਗ ਲਿਓ। ਤੇ ਫਿਰ ਇੱਥੋਂ ਇੱਕ ਵਪਾਰ ਚੱਲਿਆ ਵੀ ਜਿਹੜੇ ਆਪ ਨਹੀਂ ਪੜ੍ਹ ਸਕਦੇ, ਉਹ ਸਾਡੇ ਤੋਂ ਪੜਵਾ ਲਓ, ਅਸੀਂ ਧਰਮ ਗ੍ਰੰਥ ਦਾ ਪਾਠ ਕਰ ਦਿਆਂਗੇ, ਫਲ ਤੁਹਾਨੂੰ ਮਿਲ ਜਾਏਗਾ। ਔਰ ਅੱਜ ਅਸੀਂ ਜਦੋਂ ਆਪਣੇ ਵੱਲ ਵੇਖਦੇ ਹਾਂ ਤਾਂ ਇਹ ਸੱਚਾਈ ਹੈ, ਲੇਕਿਨ ਕੌੜੀ ਲੱਗੇਗੀ। ਦੂਜੇ ਦੇ ਘਰ ਲੱਗੀ ਹੋਏ ਤੇ ਲੱਗਦਾ ਬੈਸੰਤਰ, ਆਪਣੇ ਘਰ ਲੱਗਦੀ ਹੈ ਤੇ ਲੱਗਦੀ ਹੈ ਅੱਗ ਲੱਗ ਗਈ ਹੈ। ਅਸੀਂ ਵੀ ਇਹੀ ਕੁਛ ਕਰ ਰਹੇ ਹਾਂ, ਗੁਰਬਾਣੀ ਨੂੰ ਪੜ੍ਹ ਰਹੇ ਹਾਂ। ਮੇਰਾ ਕਦਾਚਿਤ ਭਾਵ ਨਹੀਂ ਕਿ ਨਾ ਪੜੋ, ਬਾਣੀ ਪੜ੍ਹਨਾ ਸਿੱਖ ਲਈ ਬਹੁਤ ਜ਼ਰੂਰੀ ਹੈ, ਪਰ ਨਿਰਾ ਪੜ੍ਹ ਕੇ ਜੇ ਗੁਰਬਾਣੀ ਦਾ ਵਿਚਾਰ ਨਹੀਂ ਕੀਤਾ ਤੇ ਵਿਚਾਰ ਕਰਕੇ ਜੇ ਉਹਦੇ ਤੇ ਅਮਲ ਨਹੀਂ ਕੀਤਾ ਤਾਂ ਮਾਫ ਕਰਨਾ, ਇਹ ਹਉਮੈ ਚਖਣਾ ਝਾਕ ਬਣ ਕੇ ਰਹਿ ਜਾਏਗਾ, ਕਰਮ ਕਾਂਡ ਬਣ ਕੇ ਰਹਿ ਜਾਏਗਾ। ਪਾਠ ਪੜਿਓ ਪਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸੋ ਸੰਗ ਨ ਛੁਟਿਓ, ਅਧਿਕ ਅਹੰਗ ਬੁੱਧ ਬੰਧੇ, ਪਿਆਰੇ ਇਨ ਬਿਦ ਮਿਲਨ ਨ ਜਾਈ, ਮੈਂ ਕੀਏ ਕਰਮ ਅਨੇਕਾਂ। ਤਾਂ ਇੱਥੇ ਧਰਮ ਗ੍ਰੰਥਾਂ ਦਾ ਕੇਵਲ ਪਠਨ ਪਾਠਨ ਦੇ ਨਾਲ ਕੁਛ ਵੀ ਮਿਲਣ ਵਾਲਾ ਨਹੀਂ, ਜੇ ਬੰਦਾ ਸੱਚ ਦੇ ਨਾਲ ਨਹੀਂ ਜੁੜਿਆ। ਇਸ ਲਈ ਇਹ ਸਾਰੇ ਸੰਸਾਰ ਦੀਆਂ ਸਮੱਸਿਆਵਾਂ ਦਾ ਹੱਲ ਸੱਚ ਦੇ ਨਾਲ ਜੁੜਿਆ ਹੋਣਾ ਹੈ। ਜੇ ਬੰਦਾ ਸਚਿਆਰ ਹੋ ਜਾਏ ਨਾ, ਤਾਂ ਰਿਸ਼ਵਤਖੋਰੀ, ਚੋਰ ਬਜ਼ਾਰੀ, 2 ਨੰਬਰ ਦੇ ਧੰਦੇ ਸਾਰੇ ਖਤਮ ਹੋ ਜਾਣਗੇ। ਸੱਚਾ ਬੰਦਾ ਡੁਪਲੀਕੇਟ ਦਵਾਈਆਂ ਨਹੀਂ ਵੇਚੇਗਾ, ਸੱਚਾ ਬੰਦਾ ਸਿੰਥੈਟਿਕ ਦੁੱਧ ਨਹੀਂ ਬਣਾਏਗਾ, ਸੱਚਾ ਬੰਦਾ ਰਿਸ਼ਵਤ ਨਹੀਂ ਲਵੇਗਾ, ਸੱਚਾ ਬੰਦਾ ਕਿਸੇ ਦਾ ਹੱਕ ਨਹੀਂ ਖਾਏਗਾ, ਸੱਚਾ ਬੰਦਾ ਵਿਚਾਰ ਨਹੀਂ ਕਰੇਗਾ। ਸਾਰੇ ਦੁਨੀਆ ਦੀਆਂ ਸਮੱਸਿਆਵਾਂ ਦਾ ਹੱਲ ਹੈ ਸੱਚ। ਸੱਚ ਸਭਨਾ ਹੋਏ ਦਾਰੂ, ਪਾਪ ਕੱਢੇ ਧੋਏ, ਨਾਨਕ ਵਖਾਣੇ ਬੇਨਤੀ, ਜਿਨ ਸੱਚ ਪੱਲੇ ਹੋਏ। ਅਗਲਾ ਬਚਨ ਕਰਦੇ ਨੇ, ਲਿਖ ਲਿਖ ਪੜਿਆ ਤੇਤਾ ਕੜਿਆ।
जिन्ना जिन्ना बंदा लिख लिख पढ़िया दा मतलब पढ़दा लिखदा है, जिवें जिवें धर्म ग्रंथ पढ़ी जांदा है होर हंकारी होई जांदा है, सच नाल जुड़िया नहीं, हंकारी होई जाएगा। देखो दुनियावी पढ़ाई नूं लो, अज इस दुनिया की प्रॉब्लम है ना, रिश्वतखोरी, चोर बाजारी, 2 नंबर दे धंधे, ये सारी प्रॉब्लम्स ने साडियां। ते रिश्वत कौन लै रहा है? अनपढ़ बंदा ते लै नहीं रहा। रिश्वत ते पढ़िया लिखिया लै रहा है, क्योंकि वो किसी ऑफिसर की कुर्सी ते बैठा है। डुप्लीकेट दवाइयां कौन बेच रहा है? अनपढ़ ते बेच नहीं रहा। अनपढ़ नूं ते कैमिकल का ही नहीं पता, पढ़िया लिखिया बेच रहा। सिंथेटिक दुध कौन बना रहा है? जिहड़ा पढ़िया है, चाहे थोड़ा ही पढ़िया है, क्योंकि अनपढ़ बंदे नूं ते कैमिकल का ही नहीं पता किहड़ा किहड़ा पाना है। तो फिर इस पढ़ाई का फायदा की आया? देखो मैं अनपढ़ हाँ, मैं किसी नाल लड़ पैना, मेरे सामने वाला भी अनपढ़ है, ऐसी 2 बंदे अनपढ़ लड़ पे, एक दूजे के सिर पाड़ दिते, ते समझ आएगी यार मूर्ख बंदे ने, अनपढ़ डंगर गवार ने किवें एक दूजे के सिर पाड़ते हैं। ये तो समझ आएगी, कोई गल लड़ पे इन्हां नूं पता नहीं। पर जिन्नियां लड़ाइयां पढ़िया लिखिया दियां हो रही ने, उन्नियां अनपढ़ां दियां नहीं। कालजां विच, यूनीवर्सिटियां विच, ते फिर पढ़ाई किधर गई? एक अनपढ़ बंदा ते झूठ बोले, ਅਸੀਂ कह देंगे यार इनू समझ नहीं, ज्ञान नहीं, पर पढ़े लिखे झूठ बोल रहे। अनपढ़ बंदे की तलाक हो जाए कि इन्हों जिउना नहीं आया, इन्हों दे कोल पढ़ाई नहीं, ज्ञान नहीं, पर जिन्नियां तलाकां पढ़िया लिखिया दियां हो रही ने, उन्नियां अनपढ़ां दियां नहीं हो रही। ते फिर पढ़ाई किधर गई? इनू कहंदे ने जे जिंदगी अंदर सच नहीं ना आया, तो लिख लिख पढ़िया तेता कढ़िया। कढ़िया का मतलब होर कढ़ी जाता है, होर दुखी होई जाता है, होर हंकारी होई जाता है, उस ज्ञान की वरतों गलत करता है। इत्थे पढ़ाई का खंडन नहीं है, ये चीज समझना। इत्थे गल है कि पढ़ाई का मकसद ये सी, विद्या विचारी तां परोपकारी, जे वो परोपकारी हुंदा। विद्या का विचारवान तां सी जे इस दुनिया चो ईर्खा द्वेष मुक जांदी। इसलिए एजुकेशन प्रॉब्लम है। गुरु नानक पातशाह जी की गोष्ट हुई है उन्हां लोकां दे नाल जो एजुकेशन प्लैनर सन, कि एजुकेशन की प्लैनिंग किवें कीती जाए, कि जिहड़ा बच्चा स्कूल चो पढ़ के निकले उहदे चों ईर्खा खत्म हो जाए, जिहड़ा बच्चा स्कूल चो विद्या लैके निकले उहदे अंदर सैल्फिशनैस ना होवे, वो अपने ज्ञान की सही वरतों करे। विद्या की प्लैनिंग एवें करनी सी। अगला बचन करते ने, बहु तीर्थ भव्या तेतो लव्या। ਤਾਂ ਪਹਿਲੀ पंक्ति ਵਿੱਚ ਉਹਨਾਂ ਦੀ ਗੱਲ कर रहे ਨੇ जो धर्म ग्रंथां ਨੂੰ पढ़ रहे ने कि मैं इन्ने पाठ करना। दूजी पंक्ति ਵਿੱਚ ਉਹਨਾਂ ਦੀ ਗੱਲ कर रहे ने ਜਿਹੜੇ तीर्थां ते ਜਾਂਦੇ ने, और तीर्थां ਨੂੰ महान मन के ये चीज उन्हां दी मनौत है कि तीर्थां ते इशनान करना बहुत वड्डा पुण्य दा काम है, बहुत पुण्य दा काम। तीर्थां ते नातियां पाप लै जांदे ने। ਤਾਂ गुरु जी कहते ने बहु तीर्थ भव्या तेतो लव्या। लव्या का मतलब लौ लौ करना, जिवें ਕਾਂ नहीं ਕਾਂ लाउंदा है, ਕਾਂ ਕਾਂ करना। जेड़े बंदे सच नूं नहीं अपनांदे ते तीर्थां ते पाउंदे ने, ते नाल फिर लौ लौ करदे ने, ਕਾਂ तरह कूकदे ने, मैं इन्ने तीर्थां ते ना आया, मैं इन्ने धर्म स्थानां ते जा आया, मैं हुण 11वीं वारी जा रहा वां। लौ लौ करते फिरदे ने, ਕਾਂ करते फिरदे ने, जिंदगी विच कुछ भी नहीं। और जिन्ने दानी और जिन्ने तीर्थां ते यात्रा करने वाले नूं हंकारी पाओगे, उन्ने किते भी नहीं। एक धर्म स्थान ते कुछ लोग बैठे सन, एक बजुर्ग फिर रहा सी, संगमरमर दे पत्थर ऐदां वेंदा, कदे वो दीवारां वल वेख रहा सी, कदे थल्ले वेख रहा सी, सारियां दीवारां वेख के आया थल्ले। ते उन्हां बंदियां ने पुछया, कहण लगे बापू जी कुछ गवाच गया, लभदे फिरदे हो, तुहाडी हैल्प करा दिंदे आ। कहंदा पिछली बार मैं इत्थे तीरथ ते आया सी ते मैं 11,000 रुपया दे गया सी, ते प्रबंधक कहंदे सन तेरा नाम पत्थर ते लिख देंगे, मैं अपना नाम लभदा फिरना किथे, लिखिया नहीं। हुण देखो अपना नाम लभ्या जा रहा है। भले पुरुषा जी गुरुद्वारे साहब आन के अपना नाम लभेगा, रब दा नाम तेनों कित्थों लभेगा, गुरु दा नाम कित्थों लभेगा, गुरु दा ज्ञान कित्थों लभेगा।
ਤਾਂ ਗੁਰੂ ਜੀ ਕਹਿੰਦੇ ਨੇ ਤੀਰਥ ਭਵਿਆ ਸੱਚ ਨੂੰ ਛੱਡ ਕੇ ਜੇ ਕੋਈ ਤੀਰਥਾਂ ਤੇ ਪਾਉਂਦਾ ਹੈ ਤਾਂ ਉਹ ਕਾਂ ਦੀ ਤਰ੍ਹਾਂ ਉੱਡਦਾ ਫਿਰਦਾ ਹੈ, ਕਾਂ ਦੀ ਤਰ੍ਹਾਂ ਲੌਂ ਲੌਂ ਕਰਦਾ ਫਿਰਦਾ ਹੈ। ਉਹਦੇ ਗਿਆਨ ਦਾ ਤੀਰਥਾਂ ਤੇ ਜਾਣ ਦਾ ਉਹਨੂੰ ਕੋਈ ਲਾਭ ਨਹੀਂ। ਗੁਰੂ ਜੀ ਦਾ ਪਾਵਨ ਬਚਨ ਵੀ ਹੈ ਨਾ, ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਪਾ ਲੱਥੀ ਨਾਤਿਆਂ ਦੋਏ ਪਾ ਚੜੀਐਸ ਹੋਰ, ਬਾਹਰ ਧੋਤੀ ਤੂੰਬੜੀ ਅੰਦਰ ਵਿਸ਼ ਨਿਕੋਰ, ਬਾਹਰੋਂ ਕੌੜੇ ਕੱਦੂ ਨੂੰ ਧੋ ਲੋ ਜ਼ਹਿਰ ਤੇ ਅੰਦਰ ਉਵੇਂ ਹੀ ਰਹਿੰਦਾ ਹੈ, ਬਾਹਰੋਂ ਸਰੀਰਾਂ ਨੂੰ ਧੋ ਲੋ ਲਾ ਆਓ ਪਾਣੀ ਦੇ ਵਿੱਚ ਡੁੱਬਕੀਆਂ, ਮੈਲ ਤੇ ਅੰਦਰ ਹੈ। ਜਲ ਕੈ ਮੱਜਨ ਜੇ ਗਤ ਹੋਵੇ ਨਿਤ ਨਿਤ ਮੇਂਢਕ ਨਾਵੇਂ। ਤਾਂ ਇੱਥੇ ਤੀਰਥਾਂ ਦੇ ਉੱਤੇ ਪਾਉਣਾ ਇੱਕ ਨਿਰਾ ਕਰਮ ਕਾਂਡ ਹੈ ਜੇਕਰ ਸੱਚ ਦੇ ਨਾਲ ਬੰਦਾ ਨਹੀਂ ਜੁੜਿਆ। ਬਹੁ ਭੇਖ ਕੀਆ ਦੇਹੀ ਦੁੱਖ ਦੀਆ। ਹੁਣ ਤੀਜੀ ਕੈਟੇਗਰੀ ਉਹਨਾਂ ਦੀ ਜਿਹੜੇ ਸਰੀਰ ਦੇ ਉੱਤੇ ਧਾਰਮਿਕ ਭੇਖ ਪਾਉਂਦੇ ਨੇ। ਹਰ ਧਰਮ ਦਾ ਆਪਣੇ ਆਪਣੇ ਧਾਰਮਿਕ ਚਿੰਨ੍ਹ ਨੇ, ਆਪਣਾ ਆਪਣਾ ਧਾਰਮਿਕ ਪਹਿਨਾਵਾ ਹੈ। ਇੱਥੇ ਧਾਰਮਿਕ ਕਿਸੇ ਪਹਿਨਾਵੇ ਦੀ ਪ੍ਰੋਬਲਮ ਨਹੀਂ ਹੈ ਕਿ ਪਹਿਨਾਵਾ ਕਿਉਂ ਪਾਇਆ, ਤੂੰ ਪੈਂਟ ਸ਼ਰਟ ਕਿਉਂ ਪਾਈ ਹੈ, ਜਾਂ ਕਮੀਜ਼ ਪਜਾਮਾ ਜਾਂ ਚੋਲਾ ਕਿਉਂ ਪਾਇਆ, ਧੋਤੀ ਕਿਉਂ ਬੰਨ੍ਹਣੀ ਹੈ। ਪ੍ਰੋਬਲਮ ਉਹਦੀ ਨਹੀਂ ਹੈ। ਪ੍ਰੋਬਲਮ ਇਹ ਹੈ ਕਿ ਕੇਵਲ ਭੇਖ ਬਣਾਇਆ ਹੋਇਆ ਹੈ ਧਰਮ ਦਾ, ਧਾਰਮਿਕ ਕੱਪੜੇ ਪਾਏ ਨੇ ਲੇਕਿਨ ਅੰਦਰ ਸੱਚ ਨਹੀਂ, ਅੰਦਰ ਇਨਸਾਨੀਅਤ ਨਹੀਂ। ਦੂਜੇ ਲੋਕਾਂ ਦੀ ਤਰ੍ਹਾਂ ਹੀ ਉਹ ਝੂਠ ਬੋਲਦਾ ਹੈ, ਦੂਜੇ ਲੋਕਾਂ ਦੀ ਤਰ੍ਹਾਂ ਲਾਲਚ ਕਰਦਾ ਹੈ, ਦੂਜੇ ਲੋਕਾਂ ਦੀ ਤਰ੍ਹਾਂ ਹੰਕਾਰੀ ਹੈ, ਲੇਕਿਨ ਧਾਰਮਿਕ ਪਹਿਨਾਵਾ ਪਹਿਨਿਆ ਹੋਇਆ ਹੈ। ਤਾਂ ਗੁਰੂ ਜੀ ਕਹਿੰਦੇ ਨੇ ਬਹੁ ਭੇਖ ਕੀਆ ਦੇਹੀ ਦੁੱਖ ਦੀਆ। ਇਹ ਸਿਰਫ ਸਰੀਰ ਨੂੰ ਦੁੱਖ ਦੇਣ ਵਾਲੀ ਗੱਲ ਹੈ, ਹੋਰ ਕੁਛ ਨਹੀਂ। ਧਾਰਮਿਕ ਪਹਿਨਾਵੇ ਪਹਿਨਣ ਦੇ ਨਾਲ ਕੁਛ ਨਹੀਂ ਮਿਲਣਾ ਜੇ ਸੱਚ ਦੇ ਨਾਲ ਨਹੀਂ ਜੁੜਿਆ। ਦੇਹੀ ਨੂੰ ਦੁੱਖ ਦਿੱਤਾ ਹੋਇਆ ਹੈ, ਤਿਲਕ ਲਾਇਆ ਹੈ, ਜਾਂ ਕੁਛ ਵੀ ਆਪਣੇ ਆਪਣੇ ਧਾਰਮਿਕ ਪਹਿਨਾਵੇ। ਗੁਰਦੇਵ ਦਾ ਪਾਵਨ ਬਚਨ ਵੀ ਹੈ, ਜੋਗ ਨਾ ਭਗਵੀਂ ਕੱਪੜੀ ਜੋਗ ਨਾ ਮੈਲੇ ਵੇਸ਼, ਨਾਨਕ ਘਰ ਬੈਠਿਆਂ ਜੋਗ ਪਾਈ ਹੈ ਸਤਿਗੁਰ ਕੇ ਉਪਦੇਸ਼। ਜੇ ਜੋਗ ਭੈਰੇ ਭਗਵੇਂ ਕੱਪੜੇ ਨਿਰੇ ਪਾਉਣ ਦੇ ਨਾਲ ਜੋਗ ਨਹੀਂ ਹੈ, ਤੇ ਗੁਰੂ ਜੀ ਕਹਿੰਦੇ ਨੇ ਨਿਰੇ ਚਿੱਟੇ ਕੱਪੜੇ ਪਾਉਣ ਦੇ ਨਾਲ ਵੀ ਕੁਛ ਨਹੀਂ ਹੋਣਾ। ਚਿੱਟੇ ਜਿਨ ਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ। ਕੱਪੜੇ ਤੇ ਚਿੱਟੇ ਪਾਏ ਨੇ, ਕਾਲਖ ਅੰਦਰ ਭਰੀ ਪਈ ਹੈ, ਚਿੱਤ ਕਠੋਰ ਹੈ, ਮੈਲਾ ਹੈ। ਤੇ ਕਈ ਮੈਲੇ ਕੁਚੇਲੇ ਪਾਈ ਫਿਰਦੇ ਨੇ। ਗੁਰੂ ਜੀ ਕਹਿੰਦੇ ਨੇ ਮੈਲੇ ਵੇਸ਼ ਪਾਉਣ ਨਾਲ ਕੀ ਹੋ ਜਾਏਗਾ? ਗੱਲ ਤਾਂ ਮਨ ਦੀ ਸਫਾਈ ਦੀ ਹੈ। ਅਗਲਾ ਬਚਨ ਕਰਦੇ ਨੇ, ਬਹੁ ਭੇਖ ਕੀਆ ਦੇਹੀ ਦੁੱਖ ਦੀਆ, ਸੋਹਵੇ ਜੀਆ ਆਪਣਾ ਕੀਆ। ਹੁਣ ਸੁੱਖ ਨਹੀਂ ਮਿਲਿਆ, ਪੜ੍ਹ ਪੜ੍ਹ ਕੇ ਸੁੱਖ ਨਹੀਂ ਮਿਲਿਆ। ਧਰਮ ਗ੍ਰੰਥ ਪੜ੍ਹ ਪੜ੍ਹ ਕੇ ਵੇਖ ਲੈ, ਦੁਨਿਆਵੀ ਵਿਦਿਆ ਪੜ੍ਹ ਪੜ੍ਹ ਵੇਖ ਲਈ, ਤੀਰਥਾਂ ਤੇ ਜਾ ਜਾ ਕੇ ਵੇਖ ਲਿਆ, ਔਰ ਬੜੇ ਭੇਖ ਧਾਰਨ ਕਰਕੇ ਧਾਰਮਿਕ ਪਹਿਨਾਵੇ ਪਹਿਨ ਕੇ ਵੇਖ ਲਿਆ। ਬੰਦਾ ਦੁਖੀ ਹੈ ਤਾਂ ਸੋਹਵੇ ਜੀਆ ਆਪਣਾ ਕੀਆ। ਗੁਰੂ ਜੀ ਕਹਿੰਦੇ ਨੇ, ਹੇ ਮੇਰੀ ਜਿੰਦੇ, ਤੂੰ ਆਪਣਾ ਕੀਤਾ ਸਹਾਰ, ਤੂੰ ਆਪਣੇ ਕੀਤੇ ਕਰਮਾਂ ਦਾ ਫਲ ਪਾ ਰਹੀ ਹੈ। ਤੀਰਥਾਂ ਤੇ ਜਾਇਆ ਕਰਮ ਥੋੜੀ ਬਦਲ ਜਾਣੇ। ਜੇ ਅਸੀਂ ਚੋਰੀ ਵਗੈਰਾ ਕਰਦੇ ਹਾਂ, ਦੁੱਖ ਤੇ ਉਹਦਾ ਹੈ। ਤੀਰਥਾਂ ਤੇ ਨਹਾਉਣ ਵਾਸਤੇ ਗਏ ਹਾਂ ਤੇ ਰਾਸਤੇ ਵਿੱਚ ਪਤੀ ਪਤਨੀ ਲੜਦੇ ਜਾ ਰਹੇ ਨੇ ਤੇ ਵਾਪਸੀ ਵੀ ਲੜਦੇ ਆਏ ਨੇ, ਤੇ ਤੀਰਥ ਤੇ ਜਾਣ ਦਾ ਫਾਇਦਾ ਕੀ ਹੈ? ਗੱਲ ਤੇ ਕਲੇਸ਼ ਦੀ ਹੈ। ਫਿਰ ਬਾਬਿਆਂ ਕੋਲ ਜਾਣਗੇ, ਸਾਡੇ ਘਰ ਕਲੇਸ਼ ਬੜਾ ਰਹਿੰਦਾ। ਕਈ ਵਾਰ ਸਾਨੂੰ ਵੀ ਲੋਕ ਕਹਿੰਦੇ ਨੇ ਵੀ ਭਾਈ ਸਾਹਿਬ ਕਲੇਸ਼ ਬੜਾ ਕਰ ਰਹਿੰਦਾ, ਤੇ ਮੈਂ ਕਿਹਾ ਵੀ ਮੇਰੀ ਕੀ ਗਲਤੀ ਹੈ? ਮੈਂ ਤੇ ਕਲੇਸ਼ ਪਾਇਆ ਨਹੀਂ ਤੁਹਾਡੇ ਘਰ। ਜੇ ਤੇ ਮੈਂ ਪਾਇਆ ਤੇ ਮੁਆਫੀ ਮੰਗਣਾ, ਪਾਇਆ ਤੇ ਤੁਸੀਂ ਆਪ। ਜੇ ਆਪ ਪਾਇਆ ਤੇ ਤੁਹਾਡੇ ਕਲੇਸ਼ ਨੂੰ ਤੁਸੀਂ ਆਪ ਹੀ ਮਿਟਾਣਾ ਹੈ, ਮੇਰੇ ਕਿਸੇ ਮੰਤਰ ਜੰਤਰ ਨਾਲ ਨਹੀਂ। ਕਈ ਲੋਕ ਕਹਿੰਦੇ ਨੇ, ਗਿਆਨੀ ਜੀ ਕੋਈ ਐਸਾ ਸ਼ਬਦ ਹੈ ਜਿਹੜਾ ਪੜਿਆ ਘਰ ਤੋਂ ਕਲੇਸ਼ ਮੁਕਤੇ? ਮੈਂ ਕਿਹਾ ਸਾਰੀ ਬਾਣੀ ਹੀ ਘਰ ਦੇ ਕਲੇਸ਼ ਮੁਕਾਉਂਦੀ ਹੈ, ਪਰ ਜੇ ਅਮਲ ਕਰੋਗੇ ਤੇ, ਅਮਲ ਕਰੋਗੇ ਤਾਂ ਹੀ ਹੈ ਨਾ। ਇਸ ਲਈ ਸੋਹਵੇ ਜੀਆ ਆਪਣਾ ਕੀਆ, ਇਹ ਮੇਰੀ ਜਿੰਦੇ ਆਪਣੇ ਕੀਤੇ ਕਰਮਾਂ ਦਾ ਫਲ ਸਹਾਰ। ਜੇ ਹੁਣ ਤੂੰ ਦੁਖੀ ਹੈ, ਤੀਰਥਾਂ ਤੇ ਜਾ ਜਾ ਕੇ ਆਪਣੇ ਘਰ ਦਾ ਕੰਮ ਵੀ ਗਵਾਇਆ, ਖਰਚਾ ਵੀ ਕਰ ਲਿਆ, ਹੁਣ ਕਰਜ਼ਾ ਚੜ ਗਿਆ, ਤੇ ਮੈਂ ਕੀ ਕਰਾਂ? ਆਪਣੇ ਕੀਤੇ ਦਾ ਕੰਮ, ਆਪਣੇ ਕਰਮਾਂ ਦਾ ਫਲ ਭੋਗਣਾ ਪੈਂਦਾ ਹੈ। ਅਗਲਾ ਹੁਣ ਬਚਨ ਕਰਦੇ ਨੇ ਉਸ ਕੈਟੇਗਰੀ ਦਾ ਜਿਹੜੇ ਲੋਕ ਅੰਨ ਨਹੀਂ ਖਾਂਦੇ। ਤੇ ਅਸੀਂ ਆਮ ਪੜ੍ਹਦੇ ਹਾਂ ਨਾ, ਫਲਾਂ ਬਾਬਾ ਜੀ ਨੇ ਅੰਨ ਨਹੀਂ ਖਾਂਦੇ, ਉਹ ਭੋਰੇ ਦੇ ਵਿੱਚ ਨੇ, ਸਿਰਫ ਇੱਕ ਜੌਂ ਦਾ ਦਾਣਾ ਖਾਂਦੇ ਨੇ ਤੇ ਪਾਣੀ ਦਾ ਗਲਾਸ ਪੀਂਦੇ ਨੇ। ਬੜੀਆਂ ਐਸੀਆਂ ਵਾਰਤਾਵਾਂ ਸੁਣੀਦੀਆਂ ਨੇ।
मैं एक बारी करनाल डिस्ट्रिक्ट ਦੇ ਵਿੱਚ ਸਾਂ ਪਿੰਡ ਦਰੜ ਤੇ ਉੱਥੇ ਕਰਨਾਲ ਤੋਂ ਨਾਲ ਹੀ ਉੱਥੇ ਇੱਕ ਬਾਬਾ ਸੀ ਮੰਦਿਰ ਵਿੱਚ ਉਹਦੀ ਗੜਬੜ ਹੋ ਗਈ ਤੇ ਥੋੜਾ ਪ੍ਰੋਬਲਮ ਸੀ ਉਹਨਾਂ ਨੇ ਕੱਢ ਦਿੱਤਾ ਉੱਥੋਂ ਤੇ ਨਾਲ ਹੀ ਇੱਕ ਪੈਲੀ ਦੇ ਵਿੱਚ ਉਹਨੇ 2 ਥੂਣੀਆਂ ਗੱਡ ਲਈਆਂ ਤੇ ਉੱਤੇ ਇਧਰ ਦੀ ਬੱਲੀ ਪਾ ਕੇ ਉੱਤੇ ਤਲਾਈਆਂ ਜਿਹਾ ਪਾ ਕੇ ਤੇ ਉੱਥੇ ਖੜਾ ਹੋ ਗਿਆ ਕਿ ਮੈਂ 1.25 ਮਹੀਨਾ ਖੜੇ ਹੀ ਰਹਿਣਾ ਹੈ ਨਾ ਕੁਛ ਖਾਣਾ ਨਾ ਕੁਛ ਪੀਣਾ ਸਿਰਫ ਪਾਣੀ ਪੀਣਾ ਹੁਣ ਉਹ ਖਲੋ ਗਿਆ ਜੰਗਲ ਪਿਸ਼ਾਬ ਲਈ ਸਿਰਫ ਜਾਂਦਾ ਸੀ ਤੇ ਜਦੋਂ ਉਹਨੇ ਥੱਕ ਜਾਣਾ ਉਹਨੇ ਬੱਲੀਆਂ ਦੇ ਉੱਤੇ ਲੇਟ ਜਾਣਾ ਪੈਰ ਏਡੇ ਸੁੱਜ ਗਏ ਤੇ ਹੁਣ ਪੈਰ ਸੁੱਜ ਗਏ ਸਾਰਾ ਕੁਝ ਹੋ ਗਿਆ ਤੇ ਉਹਦੇ ਨਾਲ ਕੀ ਹੋਇਆ ਕੁਝ ਵੀ ਨਹੀਂ ਸੁਭਾਅ ਵਿੱਚ ਕੁਝ ਵੀ ਚੇਂਜਿੰਗ ਨਹੀਂ ਆਈ ਤਾਂ ਕੁਝ ਲੋਕ ਐਸੇ ਨੇ ਜਿਹੜੇ ਅੰਨ ਨਹੀਂ ਖਾਂਦੇ ਤਾਂ ਗੁਰੂ ਜੀ ਕਹਿੰਦੇ ਨੇ ਅੰਨ ਨਾ ਖਾਇਆ ਸਾਧ ਗਵਾਇਆ ਵੀ ਜੇ ਤੂੰ ਅੰਨ ਨਹੀਂ ਖਾ ਰਿਹਾ ਭੁੱਖਾ ਰਹਿ ਰਿਹਾ ਤੇ ਭੁੱਖੇ ਰਹਿਣ ਨਾਲ ਰੱਬ ਥੋੜਾ ਮਿਲਦਾ ਜੇ ਭੁੱਖੇ ਰਹਿਣ ਦੇ ਨਾਲ ਰੱਬ ਮਿਲਦਾ ਹੋਵੇ ਤਾਂ ਇੰਡੀਆ ਦੇ ਅੰਦਰ ਸਭ ਤੋਂ ਜ਼ਿਆਦਾ ਬ੍ਰਹਮ ਗਿਆਨੀ ਹੋਣੇ ਚਾਹੀਦੇ ਨੇ ਕਿਤਨੇ ਲੋਕ ਨੇ ਜਿਨ੍ਹਾਂ ਨੂੰ 2 ਟਾਈਮ ਦੀ ਰੋਟੀ ਨਹੀਂ ਮਿਲਦੀ ਅਫਰੀਕਾ ਵਗੈਰਾ ਹੋਰ ਕਈ ਦੇਸ਼ ਨੇ ਕਿੰਨੇ ਲੋਕ ਨੇ ਜਿਨ੍ਹਾਂ ਨੂੰ 2 ਟਾਈਮ ਰੋਟੀ ਨਹੀਂ ਮਿਲਦੀ ਭੁੱਖੇ ਰਹਿਣ ਦੇ ਨਾਲ ਰੱਬ ਮਿਲਦਾ ਹੋਵੇ ਤੇ ਜਿਹੜੇ ਕੋਮਾ ਵਿੱਚ ਮਰੀਜ਼ ਪਏ ਨੇ ਕੁਛ ਵੀ ਨਹੀਂ ਖਾਂਦੇ ਉਹਨਾਂ ਨੂੰ ਮਿਲਦਾ ਤਾਂ ਗੁਰੂ ਜੀ ਕਹਿੰਦੇ ਨੇ ਜੇ ਤੂੰ ਅੰਨ ਛੱਡਿਆ ਹੈ ਤੇ ਤੂੰ ਐਵੇਂ ਸਵਾਦ ਗਵਾਇਆ ਨਾ ਜ਼ਿੰਦਗੀ ਦਾ ਤੂੰ ਵਧੀਆ ਖੀਰ ਬਣਾ ਕੇ ਖਾ ਪਰੌਂਠੇ ਖਾ ਚੰਗੀ ਸਬਜ਼ੀ ਖਾ ਫਰੂਟ ਖਾ ਰੱਬ ਨੇ ਖਾਣ ਲਈ ਦਿੱਤੀਆਂ ਨਾ ਚੀਜ਼ਾਂ ਅੰਨੇ ਬਿਨਾਂ ਨਾ ਹੋਏ ਸੁਕਾਲ ਤਜੀਏ ਅੰਨ ਨਾ ਮਿਲੇ ਗੋਪਾਲ ਤਾਂ ਅੰਨ ਨਾ ਖਾਣਾ ਜ਼ਿੰਦਗੀ ਦਾ ਸਵਾਦ ਬੇਕਾਰ ਕਰਨਾ ਹੈ ਅੰਨ ਛੱਡਣ ਦੇ ਨਾਲ ਰੱਬ ਨਹੀਂ ਮਿਲੇਗਾ ਅੰਨ ਛੱਡਣਾ ਧਰਮ ਨਹੀਂ ਹੈ ਔਰ ਗੁਰਦੇਵ ਨੇ ਬਚਨ ਕੀਤਾ ਹੈ ਕਹਿਣ ਲੱਗੇ ਕਈ ਸਾਧੂ ਐਸੇ ਨੇ ਜੋ ਭੋਰੇ ਵਿੱਚ ਬੈਠੇ ਨੇ ਤੇ ਕਹਿ ਦਿੱਤਾ ਹੈ ਕਿ ਅਸੀਂ ਅੰਨ ਨਹੀਂ ਖਾਂਦੇ ਲੇਕਿਨ ਪਿਛਲੇ ਪਾਸੋਂ ਬਾਰੀ ਦੇ ਵਿੱਚੋਂ ਸੇਵਕ ਸਭ ਕੁਝ ਫੜਾ ਰਹੇ ਨੇ ਅੰਦਰ ਵਧੀਆ ਆਲੀਸ਼ਾਨ ਬਾਥਰੂਮ ਨੇ ਟਾਇਲਟ ਬਾਥਰੂਮ ਅਟੈਚ ਹੈ ਪਿੰਨੀਆਂ ਬਣ ਕੇ ਚੋਰੀ ਜਾ ਰਹੀਆਂ ਨੇ ਗੁਪਤੀ ਖਾਵੇਂ ਵਟਕਾ ਸਾਰੀ ਜਗ ਮੈਂ ਬਖਤੇ ਦੂਧਾ ਧਾਰੀ ਗੁਪਤੀ ਖਾਵੇਂ ਵਟਕਾ ਸਾਰੀ ਅੰਨੇ ਬਿਨਾ ਨਾ ਹੋਏ ਸੁਕਾਲ ਤਜੀਏ ਅੰਨ ਨਾ ਮਿਲੇ ਗੋਪਾਲ ਅੰਨ ਤੋਂ ਬਿਨਾ ਚੰਗਾ ਜੀਵਨ ਪਾਸ ਨਹੀਂ ਹੁੰਦਾ ਅੰਨ ਛੱਡਿਆ ਰੱਬ ਨਹੀਂ ਮਿਲਦਾ ਤਾਂ ਗੁਰੂ ਜੀ ਕਹਿੰਦੇ ਨੇ ਜੇ ਸੱਚ ਜ਼ਿੰਦਗੀ ਵਿੱਚ ਨਹੀਂ ਆਇਆ ਤਾਂ ਅੰਨ ਜਿੰਨਾ ਮਰਜ਼ੀ ਛੱਡੀ ਜਾ ਉਹਦੇ ਨਾਲ ਕੁਝ ਫਾਇਦਾ ਹੋਣ ਵਾਲਾ ਨਹੀਂ ਹੈ ਬਹੁਤ ਦੁੱਖ ਪਾਇਆ ਸਗੋਂ ਜਿਹੜੇ ਇਹ ਕਰਮ ਕਾਂਡ ਕਰਨ ਵਾਲੇ ਲੋਕ ਨੇ ਬਹੁਤ ਵੱਡਾ ਦੁੱਖ ਪਾਉਂਦੇ ਨੇ ਕਿਉਂ ਕਿ ਦੂਜਾ ਪਾਇਆ ਦਾ ਮਤਲਬ ਦੂਜਾ ਭਾ ਦੂਜਾ ਪਿਆਰ ਇੱਕ ਸੱਚ ਨੂੰ ਛੱਡ ਕੇ ਉਹਨਾਂ ਦਾ ਕਿਸੇ ਦੂਜੀ ਚੀਜ਼ ਨਾਲ ਪਿਆਰ ਲੱਗ ਗਿਆ ਹੈ ਕਰਮ ਕਾਂਡਾਂ ਨਾਲ ਪਿਆਰ ਲੱਗ ਗਿਆ ਹੈ ਝੂਠ ਨਾਲ ਪਿਆਰ ਲੱਗ ਗਿਆ ਤੀਰਥ ਨਾਲ ਪਿਆਰ ਲੱਗ ਗਿਆ ਧਾਰਮਿਕ ਪਹਿਨਾਵੇ ਪਹਿਨਦੇ ਫਿਰਦੇ ਨੇ ਅੰਨ ਛੱਡਦੇ ਫਿਰਦੇ ਨੇ ਲੇਕਿਨ ਸੱਚ ਦੇ ਨਾਲ ਨਹੀਂ ਜੁੜੇ ਸਾਰਿਆਂ ਦੇ ਅੰਦਰ ਵਸਤੇ ਰੱਬ ਨੂੰ ਨਹੀਂ ਵੇਖਿਆ ਹਰ ਇਨਸਾਨ ਦੇ ਨਾਲ ਰੱਬ ਵਰਗਾ ਪਿਆਰ ਔਰ ਸਤਿਕਾਰ ਨਹੀਂ ਕੀਤਾ ਇਸ ਲਈ ਇਹ ਦੁੱਖ ਪਾ ਰਹੇ ਨੇ ਇਹ ਦੁੱਖਾਂ ਦਾ ਕਾਰਨ ਹੈ ਅਗਲਾ ਹੁਣ ਬਚਨ ਕਰਦੇ ਨੇ ਜੋ ਅਗਲੀ ਕੈਟੇਗਰੀ ਹੈ ਧਾਰਮਿਕ ਲੋਕਾਂ ਦੀ ਵਸਤਰ ਨਾ ਪਹਿਰੇ ਅਹਨਿਸ ਕਹਿਰੇ ਦਾ ਮਤਲਬ ਹੈਗਾ ਦੁੱਖ ਸਹਾਰਨਾ ਕਹਿਰ ਦੁੱਖ ਸਹਾਰਨਾ ਵਸਤਰ ਨਾ ਪਹਿਰੇ ਜਿਹੜਾ ਬੰਦਾ ਕੱਪੜੇ ਨਹੀਂ ਪਾਉਂਦਾ ਬਹੁਤ ਸਾਰੇ ਐਸੇ ਸਾਧੂ ਨੇ ਨਾਂਗੇ ਇੰਡੀਆ ਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਨੇ ਜਦੋਂ ਤੀਰਥਾਂ ਦੇ ਉੱਤੇ ਕੁੰਭ ਵਗੈਰਾ ਦੇ ਮੇਲੇ ਲੱਗਦੇ ਨੇ ਲੱਖਾਂ ਸਾਧੂ ਆ ਜਾਂਦੇ ਨੇ ਨਾਂਗੇ ਜਿਹੜੇ ਨੰਗੇ ਹੀ ਫਿਰ ਰਹੇ ਨੇ ਹੁਣ ਗੁਰੂ ਜੀ ਕਹਿੰਦੇ ਨੇ ਜਿਹੜੇ ਬੰਦੇ ਵਸਤਰ ਨਹੀਂ ਪਾਉਂਦੇ ਕੋਈ ਧਰਮ ਥੋੜਾ ਹੈ ਨੰਗੇ ਫਿਰਨਾ ਜੇ ਨੰਗੇ ਫਿਰਨ ਦੇ ਨਾਲ ਰੱਬ ਮਿਲਦਾ ਹੋਵੇ ਨਾ ਜਿੰਨੀਆਂ ਵੀ ਗਾਵਾਂ ਮੱਝਾਂ ਨੇ ਹਿਰਨ ਨੇ ਹੋਰ ਜੰਗਲੀ ਜਾਨਵਰ ਕੁੱਤੇ ਬਿੱਲੇ ਨੇ ਇਹ ਕਿਹੜਾ ਪੈਂਟਾਂ ਸ਼ਰਟਾਂ ਪਾਈ ਫਿਰਦੇ ਨੇ ਇਹਨਾਂ ਨੂੰ ਰੱਬ ਮਿਲ ਜਾਣਾ ਚਾਹੀਦਾ ਨਗਨ ਫਿਰਤ ਜੋ ਪਾਈਏ ਜੋਗ ਬਨ ਕਾ ਮਿਰਗ ਮੁਕਤ ਸਭ ਹੋਗ ਸਾਰੇ ਜੰਗਲੀ ਜਾਨਵਰ ਬ੍ਰਹਮ ਗਿਆਨੀ ਹੋ ਜਾਣੇ ਚਾਹੀਦੇ ਨੇ ਨੰਗੇ ਰਹਿਣਾ ਇਹ ਧਰਮ ਨਹੀਂ ਹੈ ਤਾਂ ਨੰਗੇ ਜੋ ਰਹਿੰਦੇ ਨੇ ਉਹ ਅਹਨਿਸ ਦਾ ਮਤਲਬ ਦਿਨ ਰਾਤ ਦੁੱਖ ਸਹਾਰਦੇ ਨੇ ਗਰਮੀ ਆਏਗੀ ਤਾਂ ਪਿੰਡਾ ਸੜੇਗਾ ਸਰਦੀ ਆਏਗੀ ਕੰਬਦੇ ਫਿਰਨਗੇ ਫਿਰ ਅੱਗ ਵੇਂਦੇ ਫਿਰਨਗੇ ਕਿੱਥੇ ਸੇਕੀਏ ਕਿੱਥੇ ਸਿਰ ਲਕਾਈਏ ਤਾਂ ਇਹ ਧਰਮ ਨਹੀਂ ਹੈ ਇਹ ਦੁੱਖ ਪਾਉਣ ਦੇ ਸਾਧਨ ਨੇ ਅਗਲੀ ਕੈਟੇਗਰੀ ਲੈ ਰਹੇ ਨੇ ਮੋਨੀ ਮੋਨ ਵਿਗੂਤਾ ਦਾ ਮਤਲਬ ਕੁਰਾਹੇ ਪੈਣਾ ਖੁਆਰ ਹੋਣਾ ਹੁਣ ਕੁਝ ਐਸੇ ਸਾਧੂ ਨੇ ਜੋ ਮੋਨੀ ਨੇ ਕਿਸੇ ਦੇ ਨਾਲ ਬੋਲਦੇ ਨਹੀਂ ਮੈਂ ਇੱਕ ਐਸੇ ਬਾਬੇ ਨੂੰ ਜਾਣਦਾ
जिसने 12 साल मौन धारण किया सी, किसी दे नाल बोलिया नहीं। पर जदों उन्हें बाजार जाना हुंदा सी ते लिख के दिंदा सी भी नीले रंग दी कार ले आओ, लिख के देना मुंडे नूं फलाणे नूं भी 10 कट्टे सीमेंट ले आओ, अज लंगर विच दाल बना लिओ। बंदा पूछे भी ना बोलन दा की, हुण पहलों जबान चलदी सी, हुण पेन चल रहा है, इशारे चल रहे हैं। गुरु जी ने जपजी साहिब जी दियां आरंभक लाइनां विच इन्हां चीजां दा खंडन कर दिता है। चुप्पे चुप ना होवई जे लाए रहा लिवतार। लिवतार दा मतलब मैं लगातार समाधि ला लवां, जबान बंद कर लवां तां मन तां चुप नहीं ना करेगा। मन ने ते कहना मैनू भुख लगी है, मैनू यह चाहिए, मन तां दौड़ेगा। मौन विगूता, जो मौन धारण करके बैठा है वह ख्वार हो रहा है, क्योंकि बोलन तो बिना कोई ज्ञान हासिल नहीं किया जा सकता। जिन्ने लोग पढ़े लिखे ने उन्होंने पता है कि उन्होंने अध्यापकों पासों ऊड़े एड़े तो लैके सुनना शुरू किया, और जदों तक डॉक्टर नहीं बन गए उदों तक कुछ सुनते रहे। किच सुनिए किच कहिए जब लग दुनिया रही है नानक, किच सुनिए किच कहिए जदों तक दुनिया में रहना है, कुछ सुनो किसी दा कुछ कहो, लेकिन जबान बंद ना करो पर बोलो सच बोलिए, सच धर्म झूठ ना बोलिए, पर उपकार वाले बचन। तो गुरु जी कहते हैं जिहड़ा मौनी साधु ने वो सारे ख्वार हो रहे हैं। मौन विगूता क्यों जागे गुरबिन सुता। हुण जिहड़ा सुता होया अज्ञानी मन है, यह गुरु तो बिना किवें जागे। ये गफलत दी नींद है। तीर्थां ते जाना जां जो भी पिछे सी कर्म कांड गिणे ने, मौनी होना और बाकी दे कर्म कांड जिहड़ियां पिछलियां पंक्तियां विच गिणे ने, गुरु तो बिना ये अज्ञानी मन जाग नहीं सकता। और ये सारे अज्ञानता भरे कर्म ने, इन्हां दा धर्म दे नाल कोई संबंध नहीं, इन्हां दा सुख पाण दे नाल कोई संबंध नहीं, इन्हां दा रब दी प्राप्ति दे नाल भी कोई संबंध नहीं है। तां गुरु जी सानू समझा रहे ने कि गुरु दे दस्से राह ते तुरिया मन नूं सच दा ज्ञान हुंदा है, मनुख नूं सच दा ज्ञान हुंदा है। हुण अगली कैटेगरी होर ले रहे ने, पग उपे ताना। उपे ताना दा मतलब नंगे पैरी रहना। बहुत सारे साधु ने वो नंगे पैरी फिरदे ने। बहुत सारे साडे विचों भी लोग ने इंडिया विच जिहड़े नंगे पैरी तीर्थ यात्रा ते जांदे। हुण गुरु जी कहंदे ने पग उपे ताना। जे कोई नंगे पैरी फिर रहा है, उन्होंने कंडा चुभ जाता है, शीशा पैर विच वज जाता है, तो फिर लोग कहते हैं लै मैं ते गुरुद्वारे जा रहा सा, रब ने पता नहीं की कहर कमाया है, धर्म के स्थान ते जांदियां। बंदा पूछे कि की होया, कहंदा मैनूं सूल पींदा, तैनूं सूल ही चुभनी चाहिदी सी। गुरु जी कहंदे ने अपना किया कमाना। जे नंगे पैरी फिर के कंडे चबोंदा फिरना है, गर्मी सर्दी च पैर साड़दा और फाड़दा फिरना है, तां इह तूं अपने किसे कीते कर्म दा फल पा। किसे कीते दा मतलब नंगे पैरी फिरन दा फल है। जे तेनू कच वज गया है, कंडा वज गया है, रोड़े चुभदे ने, पैर तेरे ठरदे ने, ब्याइयां तेरियां पाट गईयां ने, गर्मियां च पैर तेरे सड़दे ने, ते अपनी कीती दा फल पा रहे। तैनू कौन कहंदा भी नंगे पैरी फिरना धर्म है? जे नंगे पैरी फिरिया रब मिलदा होवे ते सारे बांदर नंगे पैरी फिरदे, उन्हां किहड़ा लिबर्टी दे शूट पाए ने, वो किहड़ा नाइकी दे शूट पाई फिरदे। तां पग उपे ताना, अपना किया कमाना। जे कोई नंगे पैरी फिर के दुख सहारदा है ते उहदे अपने ऐस कीते गलत कर्म दा फल है। अगला बचन हुण करदे ने, अलमल खाई सिर छाई पाई। गंद मंद खाना, सिर दे विच सुआह पा के रखनी। जिवें अघोरियां दी गल कीती सी ना, अघोरी देखो बंदे दे सिर दी खोपरी दे कौला बना के उहदे विच मीट खा रहे ने, उहदे विच शराब पी रहे ने, गंद मंद जो भी है मुर्दे खाई जा रहे हैं, गलियां लाशां खाई जा रहे हैं, सिर दे विच सुआह पाई है। ते की ये धर्म है? कि इस तरह समाज का विकास हो सकता है? कि ये नाल कोई साइंस की खोज हो जाएगी, समाज का विकास हो जाएगा, जां फाइनैंशियली इहदी कोई मतलब साडी प्रॉब्लम सॉल्व हो जाणगियां, जां ये जिन्ने कर्म कीते ने ये कर्म करन दे नाल किते करोना वायरस हट जाएगा, जां बीमारियां खत्म हो जाणगियां, जां सानू जॉबां मिल जाणगियां, जां साडी जो फाइनैंशियली प्रॉब्लम्स ने वो सॉल्व हो जाणगियां, तलाकां जो हो रही ने कि वो नहीं होणगियां, जो मानसिक परेशानियां ने कि एवें मिट जाणगियां ना।
ਤਾਂ ਗੁਰੂ ਜੀ ਕਹਿੰਦੇ ਨੇ ਅਲਮਲ ਖਾਈ ਸਿਰ ਛਾਈ ਪਾਈ। ਸਿਰ ਛਾਈ ਪਾਈ ਦਾ ਮਤਲਬ ਸਿਰ ਸਵਾ ਪਾ ਲਈ, ਗੰਦਮੰਦ ਖਾ ਲਿਆ। ਇਹਦੇ ਨਾਲ ਕੀ ਹੋਇਆ? ਮੂਰਖ ਅੰਧੇ ਪੱਤ ਗਵਾਈ। ਇਹੋ ਜਿਹੇ ਮੂਰਖ ਅੰਨੇ ਅਗਿਆਨੀ ਬੰਦੇ ਨੇ ਆਪਣੀ ਇੱਜ਼ਤ ਹੀ ਗਵਾਈ ਹੈ। ਕੋਈ ਇੱਜ਼ਤ ਵਾਲਾ ਕੰਮ ਥੋੜਾ ਹੈ। ਨਹਾਣਾ ਹੀ ਨਾ, ਸਿਰ ਤੇ ਸਵਾ ਪਾਣੀ, ਨੰਗੇ ਫਿਰਨਾ, ਗੰਦਮੰਦ ਖਾਈ ਜਾਣਾ। ਗੰਦਮੰਦ ਖਾਣ ਨਾਲ ਰੱਬ ਮਿਲੇ ਤੇ ਸੂਰਾਂ ਨੂੰ ਮਿਲ ਜਾਏ। ਅਗਲਾ ਬਚਨ ਕਰਦੇ ਨੇ, ਵਿਣ ਨਾਵੇਂ ਕਿਛ ਥਾਏ ਨਾ ਪਾਈ। ਇੱਥੇ ਨਾਮ ਦਾ ਮਤਲਬ ਹੈ ਸੱਚਾਈ, ਸੱਚ। ਬਿਨਾਂ ਸੱਚ ਤੋਂ, ਬਿਨਾਂ ਪ੍ਰਭੂ ਦੀ ਸਿਫਤ ਸਲਾਹ ਤੋਂ, ਬਿਨਾਂ ਰੱਬੀ ਗੁਣਾ ਤੋਂ, ਬਿਨਾਂ ਰੱਬ ਦੀ ਰਜ਼ਾ ਵਿੱਚ ਤੁਰਨ ਤੋਂ ਕੁਝ ਕੰਮ ਥਾਏ ਨਹੀਂ ਪੈਂਦਾ। ਸਾਰੇ ਕਰਮ ਬੇਕਾਰ ਨੇ, ਵਿਅਰਥ। ਸੱਚ ਤੋਂ ਬਿਨਾਂ ਸਭ ਕੁਝ ਵਿਅਰਥ ਹੈ। ਜੇ ਵਿਦਿਆ ਪੜ੍ਹੀ ਹੈ ਤੇ ਸੱਚ ਨਹੀਂ, ਤੀਰਥਾਂ ਤੇ ਨਾਤੇ ਸੱਚ ਨਹੀਂ ਆਇਆ, ਜੇ ਵਸਤਰ ਪਾਉਣ ਨਾਲ ਸੱਚ ਨਹੀਂ, ਤਾਂ ਸਾਰਾ ਕੁਝ ਵਿਅਰਥ ਹੈ। ਇਸ ਲਈ ਨਾਨਕ ਲਿਖੇ ਇੱਕ ਗੱਲ, ਤੇ ਉਹ ਜਿਹੜੀ ਇੱਕ ਗੱਲ ਹੈ ਗੁਰੂ ਜੀ ਨੇ ਜਪਜੀ ਸਾਹਿਬ ਵਿੱਚ ਦੱਸ ਦਿੱਤੀ ਹੈ ਕਿ ਸਚਿਆਰਾ ਹੋਈ ਹੈ। ਤੇ ਸਚਿਆਰਾ ਦਾ ਮਤਲਬ ਹੈ ਮਨ, ਬਚਨ ਔਰ ਕਰਮ ਕਰਕੇ ਸੱਚੇ ਹੋਣਾ। ਭਾਵਨਾ ਸੱਚੀ ਹੋਵੇ, ਬੋਲ ਸੱਚੇ ਹੋਣ, ਵਿਹਾਰ ਸੱਚਾ ਹੋ। ਰਹਿ ਬੇਬਾਣੀ ਹੁਣ ਅਗਲੀ ਕੈਟੇਗਰੀ ਲੈ ਰਹੇ ਨੇ, ਜਿਹਨੂੰ ਧਰਮੀ ਸਮਝਿਆ ਜਾਂਦਾ ਹੈ। ਰਹਿ ਬੇਬਾਣੀ ਮੜੀ ਮਸਾਣੀ। ਬੇਬਾਨ ਦਾ ਮਤਲਬ ਜੰਗਲ, ਬੀਆਬਾਨ। ਕਈ ਲੋਕ ਜੰਗਲ ਬੀਆਬਾਨ ਵਿੱਚ ਰਹਿੰਦੇ ਨੇ, ਘਰ ਛੱਡ ਜਾਂਦੇ ਨੇ, ਜੰਗਲ ਵਿੱਚ ਚਲੇ ਗਏ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ, ਪਿਆਰਿਆ, ਦੇਸ਼ ਛੋੜ ਪਰਦੇਸੈਂ ਧਾਇਆ, ਪੰਚ ਚੰਡਾਲ ਨਾਲੇ ਲੈ ਆਇਆ। ਦੇਸ਼ ਛੁੱਟ ਕੇ ਪ੍ਰਦੇਸ਼ ਚਲਾ ਗਿਆ, ਜੰਗਲਾਂ ਵਿੱਚ ਚਲਾ ਗਿਆ, ਪਰ ਅਕਾਮ ਕ੍ਰੋਧ ਤੇ ਬਿਲਕੁਲ ਤੇਰੇ ਨਾਲ ਹੀ ਨੇ। ਬਿਰਤੀ ਤੇ ਤੇਰੇ ਨਾਲ ਹੈ। ਜ਼ਰੂਰਤ ਤਾਂ ਸੋਚ ਬਦਲਣ ਦੀ ਹੈ। ਰਹਿ ਬੇਬਾਣੀ ਮੜੀ ਮਸਾਣੀ, ਆਂਧ ਨਾ ਡਾਣੇ ਫਿਰ ਪਛਤਾਣੀ। ਕਈ ਲੋਕ ਮੜੀਆਂ ਦੇ ਵਿੱਚ ਹੀ ਰਹਿੰਦੇ ਨੇ, ਮੜੀਆਂ ਦੀ ਪੂਜਾ ਕਰਦੇ ਨੇ, ਕਬਰਾਂ ਦੀ ਪੂਜਾ ਕਰਦੇ ਨੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਅੰਧ ਨਾ ਜਾਣੇ ਫਿਰ ਪਛਤਾਣੀ। ਐਸੇ ਅਗਿਆਨੀ ਲੋਕ ਸੱਚ ਨੂੰ ਨਹੀਂ ਜਾਣਦੇ ਕਿ ਸੱਚ ਕੀ ਹੈ। ਇਹ ਸਾਰੇ ਅਗਿਆਨਤਾ ਭਰੇ ਕਰਮ ਨੇ। ਫਿਰ ਪਛਤਾਣੀ ਦਾ ਮਤਲਬ ਉਹਨਾਂ ਦੀ ਜ਼ਿੰਦਗੀ ਵਿੱਚ ਫਿਰ ਪਛਤਾਵਾ ਹੀ ਹੁੰਦਾ ਹੈ, ਕਿਉਂਕਿ ਮਿਲਦਾ ਤੇ ਕੁਛ ਨਹੀਂ। ਮੈਂ ਇੱਥੇ ਬੈਰਸਾਲ ਪਿੰਡ ਸਾਂ, ਕਰਨਾਲ, ਤੇ ਉੱਥੇ ਇੱਕ ਲੱਖਾਂ ਦਾਤਾ ਕਬਰ ਸੀ ਪੀਰ ਦੀ, ਤੇ ਲੋਕ ਉੱਥੇ ਕਈ ਦੀਵੇ ਜਗਾਉਣ ਵਾਸਤੇ ਜਾਂਦੇ ਸਨ। ਇੱਕ ਦਿਨ ਇੱਕ ਮਾਤਾ ਤੁਰੀ ਜਾਂਦੀ, ਮੈਂ ਪੁੱਛਿਆ, ਬੇਬੇ ਕਿੱਥੇ ਚੱਲੀ ਹੈ? ਕਹਿਣ ਲੱਗੀ, ਭਾਈ ਜੀ ਮੈਂ ਚੱਲੀ ਹਾਂ ਲੱਖਾਂ ਦਾਤੇ ਤੇ ਦੀਵਾ ਜਗਾਉਣ। ਤੇ ਮੈਂ ਕਿਹਾ ਵੀ ਕਦੀ ਉੱਥੋਂ ਲੱਖ ਲੱਭਾ ਵੀ ਹੈ? ਲੱਖਾਂ ਦਾਤਾ ਉਹ ਹੈ ਤੇ ਚਵਾਨੀ ਦਾ ਤੇਲ ਤੂੰ ਲੈ ਕੇ ਜਾ ਰਹੀ ਹੈ ਦੀਵਾ ਜਗਾਉਣ ਲਈ। ਜਿਹਦੇ ਪੀਰ ਦੇ ਕੋਲ ਚਵਾਨੀ ਨਹੀਂ ਆਪਣਾ ਦੀਵਾ ਜਗਾਉਣ ਲਈ, ਤੈਨੂੰ ਲੱਖਾਂ ਕਿਵੇਂ ਦੇ ਦੇਗਾ? ਲੱਖਾਂ ਦਾਤਾ। ਤਾਂ ਕਹਿਣ ਤੋਂ ਮੁਰਾਦ ਇਹ ਸਾਰੇ ਅਗਿਆਨਤਾ ਭਰੇ ਕਰਮ ਨੇ। ਕੋਈ ਬੰਦਾ ਮੜੀ ਅੱਗੇ ਕਰ ਰਿਹਾ ਸੀ ਅਰਦਾਸ ਕਿ ਹੇ ਪੀਰ ਬਾਬਾ, ਮੇਰੇ ਤੇ ਰਹਿਮਤ ਕਰ, ਮੇਰੀ ਲੰਬੀ ਉਮਰ ਕਰ, ਤੇ ਨਾਲ ਮੈਨੂੰ ਪੁੱਤਰ ਦੀ ਦਾਤ ਦੇ। ਉੱਥੋਂ ਜਾ ਰਿਹਾ ਸੀ ਦਾਦੂ ਫਕੀਰ, ਦਾਦੂ ਕਵੀ ਵੀ ਸੀ, ਫਕੀਰ ਵੀ। ਤੇ ਉਹਨੇ ਉਸ ਬੰਦੇ ਦੀ ਹਾਲਾਤ ਵੇਖ ਕੇ ਇੱਕ ਦੋਹਾ ਉਚਾਰਿਆ, ਕਹਿਣ ਲੱਗੇ, ਦਾਦੂ ਦੁਨੀਆ ਬਾਵਰੀ, ਮੜੀਆਂ ਪੂਜਣ ਊਤ, ਉਹ ਮਾਰੇ ਮਰ ਗਏ ਮੌਤ ਦੇ, ਉਥੋਂ ਮੰਗਦੇ ਪੂਤ। ਵੀ ਜਿਹੜਾ ਆਪ ਮਰਿਆ ਪਿਆ ਹੈ, ਉਹ ਤੇਰੀ ਉਮਰ ਲੰਮੀ ਕਿਵੇਂ ਕਰੇ, ਤੈਨੂੰ ਪੁੱਤਰ ਕਿਵੇਂ ਦੇਵੇ? ਤਾਂ ਰਹਿ ਬੇਬਾਣੀ ਮੜੀ ਮਸਾਣੀ, ਅੰਧ ਨਾ ਜਾਣੇ ਫਿਰ ਪਛਤਾਣੀ। ਹੁਣ ਇਹ ਸਾਰੀ ਸਮੱਸਿਆ ਦਾ ਸੋਲੂਸ਼ਨ ਦੱਸ ਰਹੇ ਨੇ ਕਿ ਸੱਚਾਈ ਕੀ ਹੈ ਔਰ ਸਾਨੂੰ ਕੀ ਕਰਨਾ ਚਾਹੀਦਾ ਹੈ। ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ। ਅਸਲੀ ਗੱਲ ਇਹ ਹੈ ਕਿ ਜੋ ਸਤਿਗੁਰ ਭੇਟੇ ਮਤਲਬ ਸਤਿਗੁਰ ਦੇ ਨਾਲ ਮਿਲੇ, ਗੁਰੂ ਦੇ ਚਰਨ ਦੀ ਸ਼ਰਨ ਵਿੱਚ ਜਾਏ। ਮਿਲਣ ਵਾਲੀ ਗੱਲ ਮੈਂ ਪਿੱਛੇ ਕਰ ਚੁੱਕਾ ਨਾ, ਪਤਾਸੇ ਔਰ ਪੱਥਰ ਵਾਲੀ। ਪੱਥਰ ਦੀ ਤਰ੍ਹਾਂ ਨਾ ਬੈਠਾ ਰਹੇ, ਪਤਾਸੇ ਦੀ ਤਰ੍ਹਾਂ ਆਪਣੀ ਸੋਚ ਨੂੰ ਗੁਰੂ ਦੀ ਸੋਚ ਵਿੱਚ ਮਿਲਾ ਦੇਵੇ, ਆਪਣੇ ਮਨ ਦੀ ਮੱਤ ਛੱਡ ਦੇ, ਗੁਰੂ ਦੀ ਮੱਤ ਦਾ ਧਾਰਨੀ ਹੋ ਜਾਏ, ਸੋ ਸੁਖ ਪਾਏ। ਉਹ ਬੰਦਾ ਸੁਖ ਪਾ ਸਕਦਾ ਹੈ, ਕਿਉਂਕਿ ਹਰ ਕਾ ਨਾਮ ਮਨ ਵਸਾਏ। ਇੱਥੇ ਨਾਮ ਦਾ ਮਤਲਬ ਰੱਬ ਦੇ ਗੁਣ। ਉਹ ਰੱਬ ਦੇ ਗੁਣਾਂ ਨੂੰ ਆਪਣੇ ਮਨ ਵਿੱਚ ਵਸਾ ਲੈਂਦਾ ਹੈ। ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵੈਰਾਗ, ਨਿਮਾਨਤਾ, ਸੇਵਾ, ਸਿਮਰਨ, ਪ੍ਰੇਮ, ਸੱਚਾਈ, ਨਿਰਭੈਤਾ, ਨਿਰਵੈਰਤਾ, ਇਨਸਾਨੀਅਤ, ਇਹਨਾਂ ਗੁਣਾਂ ਨੂੰ ਉਹ ਆਪਣੇ ਮਨ ਵਿੱਚ ਵਸਾ ਲੈਂਦਾ ਹੈ। ਉਹ ਬੰਦਾ ਸੁਖੀ ਹੈ।
और ये हकीकत भी, ये गल समझ भी आती है कि जे ज्ञान की सही वरतों की जाए, रबी गुणां नूं अपने हिरदे विच वसाया जाए, मन बचन कर्म करके बंदा और समाज सच्चा हो जाए, तो जिंदगी दी सारियां प्रॉब्लम सॉल्व हो जाणगियां। अगला बचन करदे ने, नानक नदर करे सो पाए। जिदे उत्ते रब रहमत करदा है वह पांदा है, यानी जिदे ते गुरु रहमत करेगा वो ये चीज पा लवेगा। हरि दा नाम किन्नू मिलेगा? सतगुर भेटे जिहड़ा गुरु नूं मिले, गुरु दे नाल मिल जाएगा, ते जिहड़ा गुरु नाल मिल जाएगा ओदे ते नदर हो जाएगी, रहमत हो जाएगी। ਇਹਦਾ मतलब रब की रहमत के पात्र, गुरु की रहमत के पात्र सानू बनना पैना ना। गुरु ने साडे विच थोड़ा मिलना, असां गुरु दे विच मिलना है। गुरु नूं असीं अपने मुताबिक नहीं चलाना, असीं गुरबाणी मुताबिक जिंदगी जीनी है। तां जिहड़ा गुरु दे अंदर लीन हो जाएगा वो रब की रहमत का पात्र बन जाएगा। ते ओदी जिंदगी कैसी होएगी? हुण सवाल है, ओदी जिंदगी कैसी होएगी? गुरु जी कहते ने, आस अंदेशे ते निह केवल। आस का मतलब आशावां जिहड़ियां साडियां बेकार दियां ने, तृष्णावां। अंदेशे का मतलब जिहड़े साडे चिंता और फिक्र ने। निह केवल का मतलब निर्लेप। जिहड़ा गुरु दे दसे राहां ते तुरदा है, हरि दे नाम नूं गुणां नूं मन विच वसा लैंदा है, वो इन्हां चिंतावां और फिकरां तो, आशावां मनसावां तो निर्लेप हो जांदा है। ਉਹਦੇ अंदर चिंता नहीं रहिंदी, ਉਹਦੇ अंदर कोई डर भौ नहीं रहिंदा, ਉਹਦੇ अंदर कोई विकार नहीं रहिंदा, तृष्णावां नहीं रहिंदियां। हौमे शब्द जलाए, इत्थे शब्द दे दद्दे नाल है सिहारी। शब्द राही जलाए दा मतलब साड़ दिंदा है, अपनी हौमे नूं, अपनी ईगो नूं गुरु दे शब्द राही साड़ दिंदा है। ना ਉਹਦੇ अंदर इनफीरियोरिटी कॉम्पलैक्स आउंदा है ते ना ही ਉਹਦੇ अंदर सुपीरियोरिटी कॉम्पलैक्स आउंदा है। वो स्वाभिमानी हो जाता है, ਉਹਦੇ अंदरों हौमे मुक जाती है और वो बंदा सुखी और शांत हो जाता है। हुण अगला बचन पौड़ी राही सानू समझा रहे ने, भगत तेरे मन भावदे। हुण देखो इत्थे जे असीं ला देवे ना विश्राम, भगत तेरा मन भावदे, तां इहदा अर्थ बन जाएगा तेरे भगत साडे मन नूं चंगे लगदे। ते जे भगत ते रुक जाइए, भगत तेरा मन भावदे, ते इहदा मीनिंग बन जाएगा भगत जिहड़े ने, हे प्रभु तेरे मन नूं चंगा लगदा। देखो गुरबाणी के उच्चारण बारे मैं थोड़ी जी विचार आप नाल इत्थे सांझी कर दियां। कई बार विश्राम गलत हो जाए तो अर्थ का अनर्थ हो जाता है। जिवें सवैयां दे विच एक वचन है, गुर अर्जन घर गुर रामदास भगत उतर आयो। हुण इहदा शुद्ध विश्राम है, गुर अर्जन घर गुर रामदास भगत उतर आयो। ते इहदा मीनिंग बनेगा कि गुरु अर्जन देव जी गुरु रामदास जी के घर पैदा हुए ने। जे अर्जन ते विश्राम लाइए ना तो उसका मतलब होएगा गुरु अर्जन देव जी गुरु रामदास जी के घर पैदा हुए ने। ते जे विश्राम घर ते ला दवीए, जिवें बहुते पाठी वीर लगा जांदे ने, गुरु अर्जन घर गुरु रामदास भगत उतर आयो, तो हुण इहदा मीनिंग ये बन गया कि गुरु रामदास जी गुरु अर्जन देव के घर पैदा होए। देखो एक विश्राम लगन दे नाल बिल्कुल अनर्थ हो गया। गुरु अर्जन घर गुरु रामदास भगत उतर आयो और गुरु अर्जन घर गुरु रामदास भगत उतर आयो, बिल्कुल अनर्थ हो जाएगा। इसलिए गुरबाणी पढ़न लग्या विश्रामां वल ध्यान देण दी जरूरत है। दूजी गल, एक ही शब्द की स्पैलिंग गुरबाणी विच इक्को तरह लिखी हुंदी है, पर ਉਹਦੇ अर्थ अलग अलग हुंदे ने और ਉਹਦਾ उच्चारण भी फिर अलग अलग सानू करना पवेगा। मिसाल वजों शब्द है गग्गा लल्ला ते लल्ले नाल बिहारी, शब्द बनेगा गली। गली हुण तिन्ना थावां ते आ रहा है, गली जिन्ना जप मालिया लोटे हाथ निभाग। दूजी पंक्ति है, मेरो सुंदर कहो मिले कित गली। तीजी पंक्ति है, गली जोग ना हुई। तिन्ना ही थावां ते गग्गा ते लल्ले नाल बिहारी लगी है गली। पर जे तिन्ना थावां ते गली पढ़ांगे ते अर्थ गलत हो जाएगा।
देखो मेरो सुंदर कहो मिले कित गली, इथे गली का अर्थ है रास्ता, गलियां। इथे पढ़ांगे गली, मेरो सुंदर कहो मिले कित गली, कि जेड़ा मेरा सोहना रब है किहड़ी गली किहड़े राह ते तुरिया मिलेगा। हुण दूजा है गली जिन्ना जप मालिया, इथे गली इहदा अर्थ नहीं, इथे अर्थ हैगा गला। इसलिए गग्गे दी लल्ले दी जिहड़ी बिहारी है ना, लल्ले दी बिहारी ओहदे नाल बिंदी लावांगे। गली जिन्ना जप मालियां, लोटे हाथ निबग, कोई हर के संत ना आखिए, बानारस के ठग। मतलब जिन्ना दे गलियां दे अंदर माला पईयां होईयां। ते तीजी पंक्ति है गली जोग ना हुई, जे इनू गली पढ़ांगे ते गलियां अर्थ हो जाएगा ना, गलत हो जाएगा। इत्थे गग्गे दे उत्ते अदक ते लल्ले दे नाल बिहारी दी नाल बिंदी लावांगे। गल्ली जोग ना हुई कि गल्लां दे नाल जोग नहीं हुंदा। एक शब्द मैं होर तुहाडे सामने रखां, शब्द है नाई, नन्ने नाल कन्ना, ईडी नाल बिहारी, नाई। तिन्ना पंक्तियां दे विच आउंदा है, सैन नाई बुतकारिया, ਉਹ ਘਰ ਘਰ ਸੁਣਿਆ। दूजा है लौकी 68 तीरथ नाई, ते तीजा है वाह वाह सच्चे पातशाह तू सच्ची नाई। तिन्ना थावां ते नाई लिखिया, पर जे तिन्ना थावां ते नाई पढ़ांगे ते प्रॉब्लम आएगी अर्थां विच। सैन नाई बुतकारिया, इत्थे पढ़ना है नाई क्योंकि इत्थे एक जात दी गल हो रही है। लौकी 68 तीरथ नाई, हुण जे नाई पढ़ांगे ते कोई लौकी नाई ते है नहीं ना। इत्थे नन्ने दे पैर थले अद्धा हाहा लगावांगे, लौकी 68 तीरथ नाई, कौरा पंतऊ ना जाई। कि जे लौकी 68 तीर्थां विच भी नाए तां भी कुड़तन नहीं जाती। ते तीजा शब्द है वाह वाह सच्चे पातशाह तू सच्ची नाई। हुण रब कोई नाई नहीं है ना, इत्थे नन्ने दे नाल बिंदी लगावांगे, नाई। वाह वाह सच्चे पातशाह तू सच्ची नाई। नाई दा मतलब शोभा, कि हे प्रभु तू सच्चा है, ते सच्ची शोभा सच्ची सिफत सलाह राही तेरी प्राप्ति हुंदी है। इसलिए सानू उच्चारण वल ध्यान देना पवेगा। दूजी गल है स्पैलिंग, उधर भी सानू थोड़ा जिहा ध्यान देना पवेगा। जिवें शब्द है गुरसिख, हुण ये तुहानू 3 तरह लिखिया होया मिलेगा, गग्गा थले औंकड़ ते रारा, ते अगे सिख, ते सिख दे खखे थले औंकड़। दूजा होएगा गग्गा रारा, राड़े थले भी औंकड़, और सिख दा खखा मुक्ता। हुण इनू असीं अलग अलग पढ़ांगे। इत्थे पढ़ांगे गुर सिख। जे गुर दे रारे थले औंकड़ है ना, तां फिर उहनू सिख नालों नखेड़ के पढ़ांगे। ओहदा मतलब होएगा एक गुरु, और सिख दे खखे थले औंकड़ तां एक सिख, इनू अलग अलग पढ़ांगे। जे गुर दे रारे थले औंकड़ होए और सिख दा खखा मुक्ता होवे तां भी उहनू अलग अलग पढ़ांगे, गुर सिख। इत्थे सिख प्लूरल हो गया, एक गुरु ते बहुते सिख। हुण दूजी स्पैलिंग इस तरह होएगी, रारा मुक्ता और सिख दे खखे थले औंकड़। जिथे गुर दा रारा मुक्ता होवे और सिख दे खखे थले औंकड़ होवे, उत्थे इकट्ठा पढ़ांगे गुरसिख। ਇਹਦਾ अर्थ बन जाएगा गुरु दा सिख, क्योंकि जदों दो शब्दां विच संबंध की पद आउंदा है ते पहले जिहड़ी नाउन है ਉਹਦਾ औंकड़ हट जांदा है। गुरु दा सिख, इहनू इकट्ठा पढ़ांगे गुरसिख। चौथी स्पैलिंग होएगी रारा भी मुक्ता और खखा भी सिख दा मुक्ता। जिथे गुर दा रारा भी मुक्ता होवे, सिख दा खखा भी मुक्ता होवे, उत्थे भी इहनू इकट्ठा पढ़ांगे गुरसिख। ਇਹਦਾ मीनिंग हो जाएगा गुरु दे सिख, क्योंकि सिख दा खखा मुक्ता है, वो प्लूरल शब्द हो गया, गुरु दे सिख। इसलिए जरूरत है इधर थोड़ा जा ध्यान देने दी। एक शब्द मैं आप नाल होर साझा करके खीमा दा जा चुका। जिवें भगत, भगत दे तत्ते नाल सिहारी। दूजा शब्द है भगत, तत्ता मुक्ता। तीजा शब्द है भगत, तत्ते दे थले औंकड़। जिवें असीं रहरास विच पढ़दे हैं ना, तेरी भगत भंडार जी भरे बेअंत बेअंता। इत्थे भगत दे तत्ते नाल सिहारी है, जे तुसीं ख्याल कीता होवे तां। थल्ले वाली पंक्ति है तेरे भगत, इत्थे भगत दा तत्ता मुक्ता है, पर असीं दोवां नूं भगत रहे हां, पढ़ना भी भगत ही है, ठीक पढ़ रहे हां, लेकिन मीनिंग अलग है।
जिथे भगत दे तत्ते नाल सिहारी होएगी ओदा मीनिंग होएगा भगती, जो कि वो फीमेल जेंडर है। तेरी शब्द फीमेल है, भगत दे तत्ते नाल सिहारी आ गई, वो फीमेल बन जाएगा। तेरी भगत, इथे भगत शब्द फीमेल, थले हैगा तेरे भगत। हुण तेरे शब्द बहुवचन और प्लूरल है। हुण भगत नूं प्लूरल बनाने लई भगत दे तत्ते दा औंकड़ हटा दिता गया है। तेरे भगत मतलब तेरे बहुते भगत, जिथे भगत दा तत्ता मुक्ता होवे ओदा मतलब बहुते भगत। होर भी नेम ने औंकड़ हटाने लई। ते जदों आएगा तेरा भगत, उदों तत्ते थले औंकड़ होएगा, ਇਹਦਾ मतलब एक भगत। ਤਾਂ ਜਿੱਥੇ ਕਿਸੇ ਨਾउन ਦੇ ਆਖਰੀ ਅੱਖਰ ਥੱਲੇ ਔਂਕੜ ਆਵੇ ਉਹ ਸਿੰਗੂਲਰ ਸ਼ਬਦ ਹੋਏਗਾ ਤੇ ਨਾਲ ਉਹ ਮੇਲ ਜੈਂਡਰ ਹੋਏਗਾ। ਜਦੋਂ ਉਸ ਤੇ ਨਾਲ ਸਿਹਾਰੀ ਆਏਗੀ ਕਿਸੇ ਨਾउन ਦੇ ਨਾਲ ਤਾਂ ਉਹ ਬਹੁਤੀ ਵਾਰੀ ਫੀਮੇਲ ਜੈਂਡਰ ਹੋਏਗਾ। ਤੇ ਜਦੋਂ ਉਹ ਮੁਕਤਾ ਔਂਕੜ ਵਾਲਾ ਹੋਏਗਾ ਉਦੋਂ ਮੁਕਤਾ ਹੋਏਗਾ, ਉਦੋਂ ਉਹ ਪਲੂਰਲ ਸ਼ਬਦ ਹੋਏਗਾ, ਬਹੁਵਚਨੀ ਸ਼ਬਦ ਹੋਏਗਾ। ਕਈ ਵਾਰੀ ਜੋ ਮੇਲ ਜੈਂਡਰ ਹੈ ਉਹਨੂੰ ਫੀਮੇਲ ਜੈਂਡਰ ਬਣਾਉਣ ਵਾਸਤੇ ਵੀ ਉਹਦਾ ਜਿਹੜਾ ਹੈ ਔਂਕੜ ਹਟਾ ਦਿੱਤਾ ਜਾਂਦਾ ਹੈ। ਕਿਸੇ ਚੀਜ਼ ਨੂੰ ਪੁਲਿੰਗ ਨੂੰ ਇਸਤਰੀ ਲਿੰਗ ਬਣਾਉਣ ਲਈ ਉਹਦਾ ਅਖੀਰਲਾ ਔਂਕੜ ਹਟਾਇਆ ਜਾਂਦਾ ਹੈ। ਜਿਵੇਂ ਮੂਲ ਮੰਤਰ ਵਿੱਚ ਨਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ, ਇੱਥੇ ਅਕਾਲ ਦੇ ਲੱਲੇ ਦਾ ਔਂਕੜ ਹਟਾ ਦਿੱਤਾ ਹੈ ਕਿਉਂਕਿ ਇਹ ਅਕਾਲ ਨੂੰ ਫੀਮੇਲ ਬਣਾਉਣਾ ਹੈ। ਇਹ ਵਿਸ਼ੇਸ਼ਣ ਹੈ ਮੂਰਤ ਦਾ, ਅਕਾਲ ਰਹਿਤ ਹਸਤੀ, ਇਸ ਲਈ ਸਾਨੂੰ ਉਚਾਰਨ ਵੱਲ ਧਿਆਨ ਦੇਣ ਦੀ ਜ਼ਰੂਰਤ, ਵਿਸ਼ਰਾਮਾਂ ਵੱਲ ਵੀ, ਸਪੈਲਿੰਗ ਵੱਲ ਵੀ। ਭਗਤ ਤੇਰੇ ਮਨ ਭਾਵਦੇ ਦਰ ਸੋਹਣ ਕੀਰਤ ਗਾਮ, ਕਿ हे ਪ੍ਰਭੂ ਜੋ ਤੇਰੇ ਭਗਤ ਨੇ ਉਹ ਤੈਨੂੰ ਚੰਗੇ ਲੱਗਦੇ ਨੇ ਔਰ ਤੇਰੇ ਦਰ ਦੇ ਉੱਤੇ ਸ਼ੋਭਾ ਪਾਉਂਦੇ। ਹੁਣ ਇੱਥੇ ਕਨਫਿਊਜ਼ਨ ਇਹ ਹੈ ਕਿ ਭਗਤ ਕੌਣ ਹੈ। ਭਗਤ ਸ਼ਬਦ ਸੁਣਦਿਆਂ ਹੀ ਸਾਡੇ ਸਾਹਮਣੇ ਇੱਕ ਮੂਰਤ ਬਣ ਜਾਂਦੀ ਹੈ, ਲੰਮਾ ਜਿਹਾ ਚੋਲਾ, ਅੱਖਾਂ ਬੰਦ, ਝੁਕੀ ਹੋਈ ਧੌਣ, ਟੇਢੀ ਜੀ ਕਮਰ, ਵੱਡਾ ਸਾਰਾ ਢਿੱਡ, ਗਲ ਵਿੱਚ ਦੋ ਕੁ ਮਾਲਾਂ ਤੇ ਇੱਕ ਮਾਲਾ ਹੱਥ ਵਿੱਚ ਤੇ ਸਿਰ ਤੇ ਵੀ ਮਾਲਾ ਤੇ ਵੱਖਰੇ ਬੈਠਾ ਹੈ। ਸਾਡੇ ਮਨ ਦੇ ਅੰਦਰ ਇਹ ਤਸਵੀਰ ਸ਼ੁਰੂ ਤੋਂ ਹੀ ਬਣ ਗਈ ਹੈ। ਜਦੋਂ ਅਸੀਂ ਪੜ੍ਹਦੇ ਹਾਂ ਨਿੱਕੇ ਨਿੱਕੇ ਪੱਬਾ ਭਗਤ, ਤੇ ਉਦੋਂ ਤੋਂ ਹੀ ਸਾਈਕੋਲੋਜੀਕਲੀ ਸਾਡੇ ਅੰਦਰ ਇਹ ਚੀਜ਼ਾਂ ਬਹਿ ਗਈਆਂ। ਭਗਤ ਕਿਹਾ ਹੀ ਉਹਨੂੰ ਗਿਆ ਜਿਹੜਾ ਦੁਨੀਆਦਾਰੀ ਨਾਲੋਂ ਵੱਖਰਾ ਹੈ। ਹੁਣ ਗੁਰੂ ਜੀ ਨੇ ਇਹ ਸ਼ਬਦ ਵਰਤੇ ਨੇ ਪਰ ਇਹਨਾਂ ਨੂੰ ਅਰਥ ਵੱਖਰੇ ਦਿੱਤੇ ਨੇ, ਇਹਨਾਂ ਦੀ ਪਰਿਭਾਸ਼ਾ ਵੱਖਰੀ ਹੈ। ਭਗਤ ਕੌਣ ਨੇ? ਸਭ ਤੋਂ ਪਹਿਲਾਂ ਭਗਤੀ ਕੀ ਹੈ? ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਭਗਤੀ ਦਾ ਮਤਲਬ ਗੁਣਾਂ ਦੇ ਧਾਰਨੀ ਹੋਣਾ। ਤੇ ਭਗਤ ਕੌਣ ਨੇ? ਜੋ ਰੱਬ ਦੇ ਗੁਣਾਂ ਨੂੰ ਵਰਤਦੇ ਨੇ। ਗੁਣ ਨਿਧਾਨ ਭਗਤਨ ਕੋ ਬਰਤਨ, ਰੱਬ ਇੱਕ ਗੁਣਾਂ ਦਾ ਖਜ਼ਾਨਾ ਹੈ ਤੇ ਭਗਤਾਂ ਦੀ ਵਰਤੋਂ ਵਿਹਾਰ ਵਿੱਚ ਆਉਣ ਵਾਲਾ ਹੈ। ਭਗਤ ਦਾ ਮਤਲਬ ਜੋ ਰੱਬ ਦੇ ਗੁਣਾਂ ਦੇ ਧਾਰਨੀ ਨੇ। ਉਹ ਕੋਈ ਪੈਂਟ ਸ਼ਰਟ ਵਾਲਾ ਵੀ ਹੋ ਸਕਦਾ ਹੈ, ਉਹ ਕੋਈ ਭੈਣ ਵੀ ਹੋ ਸਕਦੀ ਹੈ, ਉਹ ਕੋਈ ਕਿਸਾਨ ਵੀ ਹੋ ਸਕਦਾ ਹੈ, ਉਹ ਕੋਈ ਚੋਲੇ ਵਾਲਾ ਵੀ ਹੋ ਸਕਦਾ ਹੈ। ਗੱਲ ਹੈ ਜੋ ਰੱਬ ਦੀ ਰਜ਼ਾ ਵਿੱਚ ਤੁਰਦੇ ਨੇ, ਉਹ ਤੈਨੂੰ ਚੰਗੇ ਲੱਗਦੇ ਨੇ ਔਰ ਤੇਰੇ ਦਰ ਤੇ ਸ਼ੋਭਾ ਪਾਉਂਦੇ ਨੇ, ਭਾਵ ਉਹਨਾਂ ਨੂੰ ਸੰਸਾਰ ਦੇ ਅੰਦਰ ਮਾਣ ਮਿਲਦਾ ਹੈ। ਨਾਨਕ ਕਰਮਾਂ ਬਾਹਰੇ ਦਰ ਢੋ ਨਾ ਲਹਿਣੀ ਧਾਮ ਦੇ। ਹੁਣ ਇੱਥੇ ਕਰਮਾਂ ਦਾ ਅਰਥ ਕਈਆਂ ਨੇ ਕਿਰਪਾ ਕੀਤਾ, ਪਰ ਇੱਥੇ ਕਰਮ ਜਿਹੜਾ ਹੈ ਬਹੁਵਚਨੀ ਸ਼ਬਦ ਹੈ ਕਿ ਜਿਹੜੇ ਉਤਲੇ ਦੱਸੇ ਕਰਮ ਨੇ ਨਾ, ਜੋ ਰੱਬ ਨੂੰ ਮਿਲਣ ਵਾਲੇ ਕਰਮ ਨੇ, ਗੁਣ ਵਾਲੇ, ਨਿਰਭਉ ਹੋਣਾ, ਨਿਰਵੈਰ ਹੋਣਾ, ਦਇਆ ਦੇ ਧਾਰਨੀ ਹੋਣਾ, ਇਨਸਾਨੀਅਤ ਪੈਦਾ ਕਰਨਾ, ਗੁਰੂ ਦੇ ਦੱਸੇ ਰਾਹਾਂ ਤੇ ਤੁਰਨਾ, ਜਿਹੜੇ ਇਹਨਾਂ ਕੰਮਾਂ ਤੋਂ ਬਾਹਰ ਨੇ, ਜਿਹੜੇ ਇਹ ਕੰਮ ਨਹੀਂ ਕਰਦੇ, ਦਰ ਢੋਹ ਨਾ ਲਹਿਣੀ ਧਾਮ ਦੇ, ਉਹਨਾਂ ਨੂੰ ਤੇਰੇ ਦਰ ਤੇ ਢੋਈ ਨਹੀਂ ਮਿਲਦੀ। ਧਾਮ ਦੇ ਦਾ ਮਤਲਬ ਉਹ ਭਟਕਦੇ ਰਹਿੰਦੇ ਨੇ, ਕਦੇ ਤੀਰਥਾਂ ਤੇ ਭਟਕਦੇ ਰਹਿੰਦੇ ਨੇ, ਜਿਨ੍ਹਾਂ ਨੂੰ ਅਸੀਂ ਪਿੱਛੇ ਗਿਣ ਕੇ ਆਏ ਹਾਂ। ਕਦੇ ਮੜੀਆਂ 'ਚ ਬੈਠੇ ਹੁੰਦੇ ਨੇ, ਕਦੇ ਸਿਰ 'ਚ ਸਵਾਬ ਪਾਈ ਹੁੰਦੀ ਹੈ, ਕੋਈ ਮੁਰਦੇ ਖਾਂਦਾ ਫਿਰਦਾ, ਕੋਈ ਐਵੇਂ ਪੜ੍ਹਨ ਤੇ ਲੱਗਾ ਹੈ ਔਰ ਹੰਕਾਰੀ ਬਣਿਆ ਫਿਰਦਾ। ਉਹ ਭਟਕਦੇ ਫਿਰਦੇ ਨੇ, ਉਹਨਾਂ ਦੀ ਜ਼ਿੰਦਗੀ ਦਾ ਕੋਈ ਗੋਲ ਨਹੀਂ, ਕੋਈ ਮਹਾਨ ਆਦਰਸ਼ ਜੀਵਨ ਉਹਨਾਂ ਦਾ ਨਹੀਂ ਹੈ। ਤਾਂ ਜਿਹੜੇ ਇਹਨਾਂ ਸੱਚ ਦੇ ਕਰਮਾਂ ਤੋਂ ਬਾਹਰ ਨੇ, ਜੋ ਸੱਚੇ ਕਰਮ ਨਹੀਂ ਕਰਦੇ, ਉਹਨਾਂ ਨੂੰ ਟਿਕਾ ਨਹੀਂ ਮਿਲਦਾ, ਉਹ ਆਪਣੀ ਜ਼ਿੰਦਗੀ ਦੇ ਅੰਦਰ ਭਟਕਦੇ ਰਹਿੰਦੇ ਨੇ। ਇੱਕ ਮੂਲ ਨਾ ਬੁੱਝਣ ਆਪਣਾ ਅਣਹੋਂਦਾ ਆਪ ਗਣਾਏਂਦੇ, ਤੇ ਇੱਕ ਆਪਣੇ ਮੂਲ ਨੂੰ ਨਹੀਂ ਵੇਖਦੇ। ਮੂਲ ਦਾ ਮਤਲਬ ਆਪਣਾ ਅਸਲ ਸਰੂਪ, ਆਪਣਾ
ਰੱਬ ਸਾਡਾ ਮੂਲ ਹੈ ਨਾ, ਮਨ ਤੂੰ ਜੋਤ ਸਰੂਪ ਹੈ, ਉਹਨੂੰ ਤੇ ਬੁੱਝਦੇ ਨਹੀਂ ਨਾ। ਆਪਣੇ ਆਪ ਦਾ ਪਤਾ ਹੈ ਕਿ ਮੇਰੇ ਅੰਦਰ ਕਿੰਨੇ ਗੁਣ ਨੇ, ਕਿੰਨੇ ਔਗਣ ਨੇ, ਮੇਰੀ ਮਾਨਸਿਕਤਾ ਕਿੱਥੇ ਖੜੀ ਹੈ, ਮੈਂ ਬੌਧਿਕ ਤਲ ਤੇ ਕਿੱਥੇ ਹਾਂ। ਅਣਹੋਂਦਾ ਆਪ ਗਣਾਏਂਦੇ, ਅਣਹੋਂਦਾ ਦਾ ਮਤਲਬ ਪੱਲੇ ਕੁਛ ਵੀ ਨਹੀਂ, ਤੇ ਗਣਾਏਂਦੇ ਦਾ ਮਤਲਬ ਹੰਕਾਰ ਕਰਦੇ ਫਿਰਦੇ ਨੇ, ਮੈਂ ਇਹ ਮੈਂ ਉਹ। ਜਦੋਂ ਅਸੀਂ ਚਾਰ ਭੈਣ ਭਰਾ ਬਹਿੰਦੇ ਆ ਨਾ, ਸਾਡਾ ਇਹੀ ਤੇ ਹਾਲ ਹੁੰਦਾ ਹੈ ਭਾਜੀ। ਆਪਣਾ ਤੇ ਸੁਭਾਅ ਹੈ, ਅਸੀਂ ਸੱਚ ਬੋਲਨੇ ਆ, ਕਿਸੇ ਦੇ ਗਿੱਟੇ ਲੱਗੇ ਗੋਡੇ ਲੱਗੇ, ਮੈਂ ਨਹੀਂ ਕਿਸੇ ਦੀ ਪਰਵਾਹ ਕੀਤੀ, ਮੈਂ ਨਹੀਂ ਕਿਸੇ ਦੇ ਪਿਓ ਤੋਂ ਹੀ ਡਰਦਾ। ਅਸੀਂ ਤੇ ਸੱਚ ਬੋਲਨੇ ਆ। ਆਪਣੇ ਬੜੇ ਰਿਸ਼ਤੇਦਾਰਾਂ ਨੂੰ ਸਪੌਂਸਰਾਂ ਦੇ ਦੇ ਕੇ ਇੱਥੇ ਮੰਗਾਇਆ ਹੈ, ਪੱਕੇ ਕਰਾਇਆ ਹੈ, ਇੰਨੇ ਭਲੇ ਕਰਮ ਕੀਤੇ ਨੇ, ਮੈਂ ਤੇ ਸੱਚਾ। ਸਾਰੇ ਅਸੀਂ ਇਹੀ ਕਹਿੰਦੇ ਆ ਨਾ। ਬੰਦਾ ਪੁੱਛੇ ਕਿ ਜੇ ਅਸੀਂ ਸਾਰੇ ਚੰਗੇ ਆ ਤੇ ਗੁਰਦੁਆਰਿਆਂ ਤੋਂ ਜੁੱਤੀਆਂ ਕੌਣ ਚੁੱਕ ਜਾਂਦਾ? ਇੱਥੇ ਤੇ ਗੁਰਦੁਆਰਿਆਂ ਤੋਂ ਜੁੱਤੀਆਂ ਚੁੱਕਣ ਵਾਲੇ ਲੋਕ ਨੇ। ਸ਼ਰਾਬ ਦੇ ਠੇਕੇ ਫਿਰ ਰੱਬ ਨੇ ਖੋਲੇ ਨੇ, ਫਿਰ ਰਿਸ਼ਵਤ ਰੱਬ ਲੈਂਦਾ ਫਿਰਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਵੀ ਆਪਣੇ ਮੂਲ ਨੂੰ ਤੇ ਲੋਕ ਬੁੱਝਦੇ ਨਹੀਂ, ਰੱਬ ਦੇ ਨਾਲ ਜੁੜਦੇ ਨਹੀਂ, ਗੁਣਾਂ ਦੇ ਧਾਰ ਨਹੀਂ ਹੈ ਨਹੀਂ, ਤੇ ਐਵੇਂ ਹੀ ਸਾਰਾ ਦਿਨ ਆਪਣੀ ਸਿਫਤ ਕਰਦੇ ਫਿਰਦੇ ਨੇ, ਮੀਆਂ ਮਿੱਠੂ ਬਣੇ ਨੇ। ਔਰ ਗੁਰਦੇਵ ਨੇ ਐਸੇ ਲੋਕਾਂ ਨੂੰ ਪਤਾ ਕੀ ਹੈ, ਕਹਿੰਦੇ ਨਾਨਕ ਤੇ ਨਰ ਅਸਲ ਖਰ, ਜੇ ਬਿਨ ਗੁਣ ਗਰਭ ਕਰਨ। ਜਿਹੜੇ ਬਿਨਾਂ ਗੁਣਾਂ ਤੋਂ ਹੰਕਾਰ ਕਰਦੇ ਨੇ, ਅਸਲੀ ਖੋਤੇ ਨੇ, ਖੋਤੇ। ਜਿਵੇਂ ਖੋਤੇ ਹੀਂਗਦੇ ਨੇ, ਐਵੇਂ ਹੀਂਗਦੇ ਫਿਰਦੇ ਨੇ। ਬਿਨਾਂ ਗੁਣਾਂ ਤੋਂ ਬੰਦਾ ਹੀਂਗਦਾ ਫਿਰਦਾ। ਅਣਹੋਂਦਾ ਆਪ ਗਣਾਏਂਦੇ, ਪੱਲੇ ਕੱਖ ਵੀ ਨਹੀਂ, ਇਨਸਾਨੀਅਤ ਨਹੀਂ, ਸੱਚ ਨਹੀਂ, ਦਇਆ ਨਹੀਂ, ਧਰਮ ਨਹੀਂ, ਪ੍ਰੇਮ ਨਹੀਂ, ਤੇ ਆਪਣੀ ਹਉਮੈ ਦੇ ਵਿੱਚ ਫੂੰ ਫੂੰ ਕਰਦੇ ਫਿਰਦੇ ਨੇ। ਅਖੀਰਲਾ ਵਚਨ ਗੁਰਦੇਵ ਕਰਦੇ ਨੇ, ਹਉ ਢਾਢੀ ਕਾ ਨੀਚ ਜਾਤ, ਹੋਰ ਉੱਤਮ ਜਾਤ ਸਦਾਏ। ਢਾਢੀ ਕਾ ਦਾ ਮਤਲਬ ਸਿਫਤ ਸਲਾਹ ਕਰਨ ਵਾਲਾ, ਨੀਚ ਜਾਤ ਦਾ ਮਤਲਬ ਨਿਮਰਤਾ ਵਿੱਚ ਰਹਿਣ ਵਾਲਾ। ਕਿ ਹੇ ਪ੍ਰਭੂ, ਮੈਂ ਤੇਰੀ ਸਿਫਤ ਸਲਾਹ ਕਰਨ ਵਾਲਾ ਨਿਮਾਣਾ ਜਿਹਾ ਬੰਦਾ ਹਾਂ। ਮੇਰੇ ਕੋਲ ਤੇਰੀ ਸਿਫਤ ਸਲਾਹ ਤੋਂ ਹੋਰ ਕੁਛ ਹੈ ਨਹੀਂ ਜਿਹਦਾ ਮੈਂ ਹੰਕਾਰ ਕਰਾਂ। ਤੇ ਦੂਜੇ ਨੇ ਹੋਰ ਉੱਤਮ ਜਾਤ ਸਦਾਇਨ ਦੇ, ਬਾਕੀ ਤੇ ਆਪਣੇ ਆਪ ਨੂੰ ਉੱਚਾ ਸਮਝਦੇ ਨੇ, ਯਾਨੀ ਉਹ ਸੁਪਰੀਓਰਿਟੀ ਕੰਪਲੈਕਸ ਦੇ ਸ਼ਿਕਾਰ ਨੇ। ਉਹ ਆਪਣੇ ਆਪ ਨੂੰ ਚੰਗਾ ਸਮਝ ਰਹੇ ਨੇ। ਮੈਂ ਤੇ ਇੰਨੇ ਤੀਰਥਾਂ ਤੇ ਨਹਾ ਕੇ ਆਇਆ, ਤੂੰ ਕਦੇ ਗਿਆ? ਮੈਂ ਤੇ ਇੰਨੇ ਦਾਨ ਦੇ ਕੇ ਆਇਆ, ਦਾਨ ਤੇ ਦੇ ਕੇ ਆਇਆ, ਤੇ ਜਿਹੜੇ ਲੋਕਾਂ ਦੇ ਪੈਸੇ ਮਾਰੇ ਨੇ ਉਹ। ਤਾਂ ਹੋਰ ਉੱਤਮ ਜਾਤ ਸਦਾਇਨ ਦੇ ਆਪਣੇ ਆਪ ਨੂੰ ਉੱਤਮ ਜਾਤ ਦਾ ਸਮਝ ਰਹੇ ਨੇ। ਪਰ ਇਹ ਮਾਲਕ, ਮੈਂ ਤੇ ਨਿਮਾਣਾ ਤੇਰੇ ਗੁਣ ਗਾਣ ਵਾਲਾ ਵਾਂ। ਤਿੰਨ ਮੰਗਾਂ ਜੇ ਤੁਝੇ ਧਿਆਏਂਦੇ। ਮੈਂ ਤਿੰਨ ਮੰਗਾਂ ਦਾ ਮਤਲਬ ਉਹਨਾਂ ਦਾ ਸਾਥ ਮੰਗਣਾ, ਉਹਨਾਂ ਦੀ ਸੰਗਤ ਮੰਗਦਾ, ਉਹਨਾਂ ਇਨਸਾਨਾਂ ਵਾਲੀ ਜ਼ਿੰਦਗੀ ਮੰਗਦਾ ਹਾਂ ਜੇ ਤੁਝੇ ਧਿਆਏਂਦੇ, ਜਿਨ੍ਹਾਂ ਨੇ ਧਿਆਨ ਤੇਰੇ ਵਿੱਚ ਜੋੜਿਆ ਹੋਇਆ, ਜਿਨ੍ਹਾਂ ਦੇ ਧਿਆਨ ਵਿੱਚ ਤੇਰੇ ਗੁਣ ਨੇ, ਜੋ ਗੁਰੂ ਦੀ ਬਾਣੀ ਮੁਤਾਬਕ ਜ਼ਿੰਦਗੀ ਜੀ ਰਹੇ ਨੇ, ਜਿਨ੍ਹਾਂ ਦੇ ਅੰਦਰ ਇਨਸਾਨੀਅਤ ਹੈ, ਜਿਨ੍ਹਾਂ ਨੂੰ ਨਾਨਕ ਲੇਖੇ ਇੱਕ ਗੱਲ, ਜਿਨ੍ਹਾਂ ਨੂੰ ਇੱਕ ਗੱਲ ਦੀ ਸਮਝ ਆ ਗਈ ਹੈ ਕਿ ਸੱਚਿਆਰ ਹੋਣਾ ਜ਼ਿੰਦਗੀ ਹੈ, ਜੋ ਮਨ ਵਚਨ ਕਰਮ ਕਰਕੇ ਸੱਚੇ ਨੇ, ਜੋ ਗਿਆਨ ਦੀ ਸਹੀ ਵਰਤੋਂ ਕਰਦੇ ਨੇ, ਜੋ ਤੇਰੀ ਰਜ਼ਾ ਦੇ ਅੰਦਰ ਤੁਰਦੇ ਨੇ, ਜੋ ਤੇਰੇ ਗੁਣਾਂ ਨੂੰ ਗਾਉਂਦੇ ਨੇ। ਹੇ ਮਾਲਕ, ਮੈਂ ਉਹਨਾਂ ਦਾ ਸਾਥ ਮੰਗਦਾ ਹਾਂ। ਵਾਹਿਗੁਰੂ ਰਹਿਮਤ ਕਰੇ, ਅਸੀਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਕੱਲੇ ਕੱਲੇ ਅਰਥ ਨੂੰ ਸਮਝਣ ਦਾ ਯਤਨ ਕਰੀਏ, ਔਰ ਜੋ ਸਾਡੇ ਵਿੱਚ ਦੋਸ਼ ਨੇ ਉਹਨਾਂ ਦੋਸ਼ਾਂ ਨੂੰ ਦੂਰ ਕਰੀਏ, ਤੇ ਜੇ ਸਾਡੇ ਵਿੱਚ ਗੁਣ ਨੇ ਉਹਨਾਂ ਗੁਣਾਂ ਦਾ ਮਾਣ ਕਰੀਏ। ਕਿਉਂਕਿ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣਾ ਹਰ ਸਿੱਖ ਦਾ ਹੱਕ ਵੀ ਹੈ ਔਰ ਫਰਜ਼ ਵੀ ਹੈ। ਐਸੀ ਜ਼ਿੰਦਗੀ ਅਸੀਂ ਆਪ ਵੀ ਜੀਵੀਏ, ਰੋਲ ਮਾਡਲ ਬਣੀਏ, ਹੋਰ ਵੀ ਲੋਕਾਂ ਨੂੰ ਪ੍ਰੇਰੀਏ ਕਿ ਗੁਰੂ ਪਿਆਰਿਓ, ਬਾਣੀ ਦੇ ਵਿੱਚ ਇੰਨਾ ਵੱਡਾ ਗਿਆਨ ਹੈ। ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਪਰਿਵਾਰਕ ਤੌਰ ਤੇ ਸਾਡੀ ਜ਼ਿੰਦਗੀ ਸਵਰਗ ਹੋ ਸਕਦੀ ਹੈ। ਔਰ ਫਿਰ ਅਸੀਂ ਇਹੋ ਜਿਹਾ ਸਾਥ ਮੰਗੀ, ਜਿਵੇਂ ਹੁਣ ਸਾਰੇ ਵੀਰ ਭੈਣ ਭਰਾ ਅਸੀਂ ਆਨਲਾਈਨ ਕਲਾਸ ਦੇ ਵਿੱਚ ਜੁੜੇ ਹੋਏ ਹਾਂ, ਇੱਕ ਦੂਜੇ ਦੇ ਨਾਲ ਵਿਚਾਰ ਸਾਂਝੇ ਕਰਦੇ ਹਾਂ, ਤੇ ਇੱਕ ਦੂਜੇ ਦੇ ਅਸੀਂ ਗੁਣਾਂ ਤੋਂ ਜਾਣੂ ਹੋਵੀਏ, ਸੁਭਾਅ ਤੋਂ ਜਾਣੂ ਹੋਵੀਏ, ਚੰਗੇ ਬਣਨ ਦਾ ਯਤਨ ਕਰੀਏ, ਗੁਰੂ ਦੇ ਦੱਸੇ ਰਾਹਾਂ ਤੇ ਚੱਲੀਏ। ਔਰ ਜਿੰਨਾ ਅਸੀਂ ਇੰਡੀਵਿਜੂਅਲ ਤੌਰ ਤੇ ਕਰ ਸਕਦੇ ਹਾਂ, ਉਹਨਾਂ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਵੀ ਕਰੀਏ, ਕਿਸੇ ਦੂਜੇ ਨੂੰ ਵੀ ਦੱਸੀਏ, ਜਿਸ ਕਰਕੇ ਉਹਦਾ ਵੀ ਜੀਵਨ ਸਫਲ ਹੋ ਜਾਏ। ਮੈਂ ਇੱਥੇ ਖਿਮਾ ਦਾ ਜਾਤ ਹਾਂ। ਹੁਣ ਵੀਰ ਜੀ ਭਾਈ ਸਾਹਿਬ ਭਾਈ ਤਰਲੋਚਨ ਸਿੰਘ ਜੀ ਆਪਣਾ ਅਨਮਿਊਟ ਹੋ ਗਏ ਨੇ, ਉਹ ਅਗਲੀ ਕਾਰਵਾਈ ਕਰਨਗੇ। ਜੇ ਅੱਜ ਦਾ ਜੋ ਆਪਨੇ ਵਿਚਾਰ ਸਰਵਣ ਕੀਤਾ ਹੈ, ਇਸੇ ਦਾਇਰੇ ਦੇ ਵਿੱਚ ਰਹਿ ਕੇ ਸਵਾਲ ਜੇ ਅਸੀਂ ਕਰਾਂਗੇ ਨਾ, ਤਾਂ ਸਾਨੂੰ ਥੋੜੀ ਸਮਝ ਆ ਜਾਏਗੀ। ਜੇ ਆਪ ਦੇ ਕੁਝ ਵਿਊਜ਼ ਨੇ ਦੇ ਸਕਦੇ ਹੋ, ਔਰ ਜੇ ਅੱਜ ਜੋ ਵਿਚਾਰਿਆ ਨਾ ਇਹਦੇ ਸੰਬੰਧ ਵਿੱਚ ਜੇ ਕਿਸੇ ਦਾ ਸਵਾਲ ਹੋਏ ਤਾਂ ਉਹ ਵੀ ਆਪ ਪੁੱਛ ਸਕਦੇ ਹੋ। ਮੇਰੇ ਵੱਲੋਂ ਹੋਈਆਂ ਭੁੱਲਾਂ ਦੀ ਖਿਮਾ।
ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ, ਹਮੇਸ਼ਾ ਦੀ ਤਰ੍ਹਾਂ ਗਿਆਨੀ ਜੀ ਆਪ ਜੀ ਦਾ ਬੜੇ ਵਿਸਥਾਰ ਦੇ ਨਾਲ ਆਪ ਜੀ ਨੇ ਗੁਰਬਾਣੀ ਦੇ ਜੋ ਵਿਆਖਿਆ ਕੀਤੀ ਹੈ ਸਾਰਿਆਂ ਨੇ ਸਰਵਣ ਕਰ ਲਈ ਹੈ ਤੇ ਬਹੁਤ ਵਡਮੁੱਲੀ ਬਾਣੀ ਹੈ ਜੀ। ਪੜ੍ਹ ਪੜ੍ਹ ਗੱਡੀ ਲੱਦੀ ਹੈ ਤੋਂ ਲੈ ਕੇ ਲਿਖ ਲਿਖ ਪੜ੍ਹਿਆ ਕੀਤਾ ਕਰਿਆ ਤੇ ਉਹਦੇ ਨਾਲ ਉਹਨਾਂ ਦੇ ਸੋਲੂਸ਼ਨ ਵੀ ਦੱਸੇ ਕਿ ਨਾਨਕ ਲੇਖ ਹੈ ਇੱਕ ਗੱਲ। ਉਹਨਾਂ ਸਾਰਿਆਂ ਦੀ ਆਪ ਜੀ ਨੇ ਵਿਸਥਾਰ ਦੇ ਨਾਲ ਸੁਣ ਲਈ ਹੈ ਤੇ ਧੰਨਵਾਦ ਜੀ ਆਪ ਜੀ ਦਾ ਬਹੁਤ ਬਹੁਤ। ਹਮੇਸ਼ਾ ਦੀ ਤਰ੍ਹਾਂ ਜਿੱਦਾਂ ਤੁਸੀਂ ਵੀ ਕਿਹਾ ਕਿ ਕਿਸੇ ਨੇ ਆਪਣੇ ਵਿਚਾਰ ਰੱਖਣੇ ਹੋਣ ਤਾਂ ਉਹ ਆਪਣੇ ਅਨਮਿਊਟ ਹੋ ਸਕਦਾ ਹੈ ਤੇ ਮੈਂ ਆਊਂਗਾ ਸਾਰਿਆਂ ਦੇ ਕੋਲ। ਜਿਨ੍ਹਾਂ ਨੇ ਵੀ ਅਨਮਿਊਟ ਕਰਨਾ ਹੈ ਹੁਣੇ ਕਰ ਲਓ ਜੀ ਤੇ ਮੈਂ ਆਪਣੇ ਆਪ ਜੀ ਦੇ ਸਵਾਲ ਲਾਊਂਗਾ। ਅਜੇ ਤਾਈਂ ਅਨਮਿਊਟ ਤਾਂ ਨਹੀਂ ਹੋਇਆ ਕੋਈ ਵੀ। ਸਤਨਾਮ ਸਿੰਘ ਜੀ ਤੁਸੀਂ ਆ ਜਾਓ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਹੀ ਸੋਹਣਾ ਸ਼ਬਦ ਆਪਨੇ ਜੇ ਢੰਗ ਨਾਲ ਦੱਸਿਆ। ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ। ਬਹੁਤ ਹੀ ਆਪਨੇ ਸੋਹਣੇ ਢੰਗ ਨਾਲ ਦੱਸਿਆ। ਮੇਰਾ ਇੱਕ ਥੋੜਾ ਜਿਹਾ ਹੈਗਾ ਜਿੱਦਾਂ ਪੱਗ ਉੱਤੇ ਆਪਣੇ ਨੰਗੇ ਪੈਰੀ ਫਿਰਨਾ। ਜਿੱਦਾਂ ਅਸੀਂ ਕਈ ਵਾਰੀ ਮਹਾਰਾਜ ਦੀ ਬੀੜ, ਮਹਾਰਾਜ ਦੀ ਸਵਾਰੀ ਜਿਹੜੀ ਆਪਾਂ ਘਰਾਂ ਵਿੱਚ ਲਿਜਾਂਦੇ ਹਾਂ ਤਾਂ ਗੱਡੀਆਂ ਵਿੱਚ ਲਿਜਾਣੀ ਪੈਂਦੀ ਆ ਤਾਂ ਨੰਗੇ ਪੈਰੀ ਕਿਹਾ ਜਾਂਦਾ ਵੀ ਜਾਣ। ਜੋੜੇ ਵੀ ਹੁੰਦੇ ਆ ਤੇ ਇੱਕ ਨਗਰ ਕੀਰਤਨਾਂ ਦੇ ਵਿੱਚ ਖਾਸ ਕਰ ਇੰਡੀਆ 'ਚ ਨੰਗੇ ਪੈਰੀ ਜਾਣ ਨੂੰ ਕਿਹਾ ਜਾਂਦਾ ਹੈ। ਇਹਦੇ ਵਿੱਚ ਕੋਈ ਹੈ ਇਸ ਤਰ੍ਹਾਂ ਨੰਗੇ ਪੈਰੀ ਜਾਂ ਜਾਣਾ ਜਾਂ ਆਪਾਂ ਕੁਛ ਤੁਸੀਂ ਇਹਦੇ ਬਾਰੇ ਗਿਆਨ ਦਿਓ ਜੀ। ਹਾਂਜੀ ਵੀਰ ਜੀ, ਜਦੋਂ ਅਸੀਂ ਅਕਾਲ ਤਖਤ ਤੋਂ ਜਿਹੜੀ ਪ੍ਰਵਾਨਿਤ ਰਹਿਤ ਮਰਿਆਦਾ, ਸਿੱਖ ਰਹਿਤ ਮਰਿਆਦਾ ਉਹਨੂੰ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਇਹ ਅੰਕਿਤ ਕੀਤਾ ਗਿਆ ਵਿਸ਼ੇਸ਼ ਤੌਰ ਤੇ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਜਾਣ ਵਾਸਤੇ ਜਿਸ ਨੇ ਮਹਾਰਾਜ ਦਾ ਸਰੂਪ ਚੁੱਕਿਆ ਹੋਏ ਉਹ ਨੰਗੇ ਪੈਰੀ ਚੱਲੇ ਤੇ ਬਾਕੀ ਜੋੜੇ ਪਾ ਸਕਦੇ ਹਨ। ਲੇਕਿਨ ਨਾਲ ਇਹ ਵੀ ਲਿਖਿਆ ਕਿ ਜੇ ਜ਼ਰੂਰਤ ਹੋਏ ਤਾਂ ਜੋੜੇ ਪਾਉਣ ਤੋਂ ਸੰਕੋਚ ਨਹੀਂ ਕਰਨਾ। ਜਿਵੇਂ ਸਨੋ ਹੈਗੀ ਹੈ ਜਾਂ ਕਿਤੇ ਦੂਰ ਜਾਣਾ ਹੈ, ਕੰਡਿਆਂ ਵਾਲਾ ਰਾਸਤਾ ਹੈ ਜਾਂ ਚਿੱਕੜ ਗਾਰਾ ਹੈ ਜਾਂ ਗਰਮੀ ਬਹੁਤ ਜ਼ਿਆਦੀ, ਤਾਂ ਜਿਨਨੇ ਮਹਾਰਾਜ ਦਾ ਸਰੂਪ ਚੁੱਕਿਆ ਹੈ ਉਹ ਵੀ ਜੋੜੇ ਪਾ ਸਕਦਾ। ਸਪੈਸ਼ਲੀ ਲਿਖਿਆ ਹੈ ਕਿ ਜਿਹਨੇ ਮਹਾਰਾਜ ਦਾ ਸਰੂਪ ਚੁੱਕਿਆ ਹੋਵੇ ਉਹ ਨੰਗੇ ਪੈਰੀ ਚੱਲੇ, ਪਰ ਜੇ ਲੋੜ ਮਹਿਸੂਸ ਹੋਵੇ ਤਾਂ ਜੋੜੇ ਪਾਉਣ ਤੋਂ ਭਰਮ ਨਹੀਂ ਕਰਨਾ। ਔਰ ਇਹ ਜਿਹੜੇ ਨਗਰ ਕੀਰਤਨ ਨੇ ਉਹਨਾਂ ਦੇ ਵਿੱਚ ਵੀ ਜੇ ਜੋੜੇ ਪਾ ਕੇ ਜਾਇਆ ਜਾਏ ਤੇ ਕੋਈ ਪ੍ਰੋਬਲਮ ਨਹੀਂ ਹੈਗੀ, ਕਿਉਂਕਿ ਉਹ ਕਿਸੇ ਨੂੰ ਕੱਚ ਵਗੈਰਾ ਵੱਜ ਸਕਦਾ ਹੈ, ਕਿਉਂਕਿ ਨੰਗੇ ਪੈਰੀ ਚੱਲਣਾ ਭਗਤੀ ਨਹੀਂ ਹੈ। ਧੰਨਵਾਦ। ਮਿਹਰਬਾਨੀ ਜੀ, ਮਿਹਰਬਾਨੀ ਜੀ। ਸਾਡੇ ਕੋਲ ਕੁਲਦੀਪ ਕੌਰ ਵੀ ਅਨਮਿਊਟ ਹੋਏ ਆ ਤੇ ਮੈਂ ਉਹਨਾਂ ਨੂੰ ਕਹੂੰਗਾ ਕਿ ਆਪਣੇ ਕੁਐਸਚਨ ਰੱਖਣ। ਹਾਂਜੀ ਗਿਆਨੀ ਜੀ। ਹਾਂਜੀ, ਅਸੀਂ ਕਹਿੰਦੇ ਆ ਕਿ ਨੰਗੇ ਪੈਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੈਰੀ ਕਰਨਾ ਇਹ ਰਿਸਪੈਕਟੇਬਲ ਜੋ ਹੀ ਕਹਿੰਦੇ ਕਿ ਨੰਗੇ ਪੈਰੀ। ਹਾਂਜੀ, ਪਰ ਰਿਸਪੈਕਟ ਤਾਂ ਸਾਡੇ ਅੰਦਰ ਹੈ ਤੇ ਇਹਦਾ ਮਤਲਬ ਇਹ ਥੋੜੀ ਕਿ ਅਸੀਂ ਪੈਰਾਂ 'ਚ ਨਹੀਂ ਜੁੱਤੀ ਪਾ ਸਕਦੇ। ਨਹੀਂ, ਉਹ ਤਾਂ ਭੈਣ ਮੈਂ ਪਹਿਲਾਂ ਹੀ ਕਹਿ ਦਿੱਤਾ ਕਿ ਜੋ ਰਹਿਤ ਮਰਿਆਦਾ ਦੇ ਵਿੱਚ ਲਿਖਿਆ ਨਾ ਉਹਦੇ ਤਲ ਤੇ, ਔਰ ਜਿਹੜੀ ਰਹਿਤ ਮਰਿਆਦਾ ਹੈ ਉਹ ਸਿਰਫ ਇਸ ਕਰਕੇ ਵੀ ਕਿ ਸਾਡੇ ਅੰਦਰ ਨਾ ਇੱਕ ਸੁਰਤਾ ਆ ਸਕੇ। ਦੇਖੋ, ਰਹਿਤ ਮਰਿਆਦਾ ਦਾ ਮਤਲਬ ਸਿਰਫ ਇੰਨਾ ਹੈ ਕਿ ਤੁਸੀਂ ਕੁਝ ਹੋਰ ਕਹੋਗੇ, ਮੈਂ ਕੁਝ ਹੋਰ ਕਵਾਂਗਾ, ਤਾਂ ਉਹਦੇ ਵਾਸਤੇ ਸਾਰੇ ਪੰਥ ਨੇ ਮਿਲ ਕੇ, ਜਿਵੇਂ ਤੁਹਾਨੂੰ ਪਤਾ ਹੀ ਹੈ, ਉਹਨਾਂ ਨੇ ਇੱਕ ਸੁਰਤਾ ਬਣਾ ਲਈ ਵੀ ਸਾਰੇ ਹੀ ਐਵੇਂ ਕਰ ਲਓ। ਉਹ ਇੱਕ ਸੁਰਤਾ ਵਾਸਤੇ, ਜਿਸ ਕਰਕੇ ਸਾਡੇ ਆਪਸੀ ਵਿਵਾਦ ਨਾ ਹੋਣ। ਜੇ ਲੋੜ ਪੈਂਦੀ ਹੈ ਤੇ ਉਹ ਪਾ ਸਕਦੇ ਨੇ। ਗੁਰਬਾਣੀ ਦੀ ਅਸਲੀ ਜੋ ਰਿਸਪੈਕਟ ਹੈਗੀ ਹੈ ਉਹ ਹੈਗੀ ਹੈ ਗੁਰਬਾਣੀ ਪੜ੍ਹ ਕੇ ਗੁਰਬਾਣੀ ਤੇ ਅਮਲੀ ਜੀਵਨ ਜੀਣਾ। ਧੰਨਵਾਦ। ਮਿਹਰਬਾਨੀ ਜੀ। ਹਾਂਜੀ, ਦਵਿੰਦਰ ਸਿੰਘ ਤੂਰ, ਤੁਸੀਂ ਤਾਂ ਨਹੀਂ ਕੁਝ ਪੁੱਛਣਾ ਜੀ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗਿਆਨੀ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਹੈ ਹੀ, ਸਾਰਿਆਂ ਨੇ ਕਰਨਾ। ਬਾਕੀ ਇਹ ਮੈਂ ਨਾਗਰਾ ਸਾਹਿਬ ਦਾ ਮੈਂ ਉਹ ਧੰਨਵਾਦ ਕਰਦਾ ਕਿ ਜਿਹਨੇ ਇਹੋ ਜਿਹਾ ਢੁਕਵਾਂ ਸਵਾਲ ਪੁੱਛਿਆ, ਕਿਉਂਕਿ ਇਸ ਤੇ ਸਾਡੇ ਗੁਰਦੁਆਰਾ ਵਿੱਚ ਕਿੰਨੀ ਵਾਰੀ ਇਸ ਚੀਜ਼ ਤੇ ਸਾਡੀ ਆਰਗੂਮੈਂਟ ਹੁੰਦੀ ਰਹੀ ਹੈ। ਧੰਨਵਾਦ ਜੀ। ਬਾਕੀ ਤੁਸੀਂ ਬਹੁਤ ਹੀ ਮਹਿੰਗੀ ਸਿੱਖਿਆ ਦਿੰਦੇ ਹੋ ਤੇ ਨਾਲ ਹੀ ਉਚਾਰਨ ਵਾਸਤੇ ਜੋ ਦੱਸਿਆ ਹੈ ਉਹਦਾ ਇਨਸਾਨ ਕੋਈ ਮੁੱਲ ਨਹੀਂ ਪਾ ਸਕਦਾ। ਧੰਨਵਾਦ। ਧੰਨਵਾਦ। ਹਾਂਜੀ, ਮਿਹਰਬਾਨੀ ਤੂਰ ਸਾਹਿਬ। ਸਵਿੰਦਰ ਕੌਰ ਜੀ, ਤੁਸੀਂ ਅਨਮਿਊਟ ਹੋਏ ਹੋ। ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ। ਮੈਨੂੰ ਗਿਆਨੀ ਜੀ ਉਹ ਤੀਸਰੀ ਗੱਲ ਪੁੱਛਣੀ ਹੈ ਗਲੀ ਬਾਰੇ। ਗਲੀ ਦਾ ਇੱਕ ਤਾਂ ਗਲੀ ਦਾ ਰਸਤਾ ਤੁਸੀਂ ਦੱਸਿਆ, ਮਤਲਬ ਦੂਜਾ ਗਲੀ ਗਲਾ ਗਲੇ ਗਲੇ ਗਲੇ। ਹਾਂਜੀ, ਦੂਜਾ ਗਲੀ ਤੇ ਤੀਜਾ ਗਲੇ। ਸਾਡਾ ਗਲਾ ਨਹੀਂ ਹੈਗਾ, ਗਲਾ। ਹਾਂਜੀ, ਗਲੀ ਜਿਨ੍ਹਾਂ ਜਪਮਾਲੀਆਂ ਵੀ ਜਿਨ੍ਹਾਂ ਨੇ ਆਪਣੇ ਗਲਿਆਂ ਦੇ ਵਿੱਚ ਮਾਲਾ ਪਾਈ ਹੁੰਦੀ, ਗਲਾ ਸਾਡਾ। ਅੱਛਾ ਜੀ। ਹਾਂਜੀ,
ਇੱਥੇ ਲੱਲੇ ਨਾਲ ਬਿੰਦੀ ਲੱਗੇਗੀ ਗਲੀ ਗੱਲੀ ਨਾ, ਗੱਲੀ ਗੱਗੇ ਤੇ ਅੱਧਕ ਨਹੀਂ ਲਾਣਾ, ਲੱਲੇ ਨਾਲ ਸਿਰਫ ਬਿੰਦੀ ਲਗਾਣੀ, ਗਲੀ। ਗਲੀ ਹਾਂਜੀ ਹਾਂਜੀ। ਅੱਛਾ ਜੀ। ਦੂਸਰੀ ਇਹ ਹੋ ਗਈ ਤੇ ਇੱਕ ਹੋ ਗਿਆ ਗੱਲੀ, ਇੱਥੇ ਗੱਗੇ ਤੇ ਅੱਧਕ ਲਗਾਵਾਂਗੇ ਤੇ ਲੱਲੇ ਦੀ ਬਿਹਾਰੀ ਨਾਲ ਬਿੰਦੀ ਲਾਵਾਂਗੇ, ਗੱਲੀ। ਜਿਵੇਂ ਅਸੀਂ ਕਹਿੰਦੇ ਵੀ ਆਓ ਗੱਲਾਂ ਕਰੀਏ, ਹਾਂਜੀ, ਉਹਨੂੰ ਪੜਨਾ ਗੱਲੀ। ਇਹ ਦੂਸਰਾ ਹੋ ਗਿਆ। ਤੇ ਪਹਿਲਾ ਹੋ ਗਿਆ ਗਲੀ, ਜਿਹੜੇ ਹਾਂਜੀ। ਸਾਡੇ ਰਾਸਤੇ ਹੁੰਦੇ ਨੇ ਵੀ ਕਿਹੜੀ ਗਲੀ 'ਚ ਤੁਹਾਡੀ ਗਲੀ ਨੰਬਰ ਕੀ ਹੈ। ਹਾਂਜੀ ਹਾਂਜੀ। ਤੇ ਤੀਸਰਾ ਹੋ ਗਿਆ ਗਲੇ ਦਾ। ਗਲੇ ਦੀ, ਹਾਂਜੀ ਗਲੇ। ਅੱਛਾ ਜੀ, ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿਹਰਬਾਨੀ ਜੀ। ਮੈਂ ਇਸੇ ਗੱਲ ਤੇ ਇੱਕ ਹੋਰ ਕੁਐਸਚਨ ਆਪ ਜੀ ਨੂੰ ਪੁੱਛਣਾ ਜੀ, ਵੀ ਜਿੱਥੇ ਗਲੀ, ਗੱਲੀ ਤੇ ਗਲਾ, ਇਹ ਤਿੰਨਾਂ ਚੀਜ਼ਾਂ ਦਾ ਜਿਹੜੀ ਵਿਆਖਿਆ ਆਪਨੇ ਕੀਤੀ ਹੈ, ਪਰ ਉਹ ਸਾਨੂੰ ਜਾਣੀ ਕਰਨੀ ਪੈਣੀ ਹੈ, ਕਿਉਂਕਿ ਜਿੱਦਾਂ ਦਾ ਵਿਚਾਰ ਚੱਲ ਰਹੀ ਉਹਦੇ ਮੁਤਾਬਕ। ਪਰ ਮੇਰਾ ਕੁਐਸਚਨ ਇਹ ਹੈ, ਜਿੱਥੇ ਬਿੰਦੀ, ਟਿੱਪੀ ਜਾਂ ਕੁਛ ਔਂਕੜ, ਏਦਾਂ ਔਂਕੜ ਦਾ ਚੱਲ ਲੱਗਿਆ ਜੀ, ਬਿੰਦੀ ਟਿੱਪੀ ਬਹੁਤ ਘੱਟ ਲੱਗੀ ਹੈ। ਇਹ ਪਤਾ ਨਹੀਂ ਕਿਸ ਹਿਸਾਬ ਨਾਲ, ਪਰ ਗੁਰੂ ਸਾਹਿਬ ਨੇ ਪਹਿਲਾਂ ਕਾਹਤੇ ਨਹੀਂ ਲਾਈ ਜੀ ਉਸ ਟਾਈਮ ਤੇ? ਉਹਦੇ ਵਿੱਚ ਵੀਰ ਜੀ ਜਦੋਂ ਤੁਸੀਂ ਗੌਰ ਨਾਲ ਪੜੋਗੇ ਨਾ ਸ਼ੁਰੂ ਤੋਂ ਲੈ ਕੇ, ਤੇ ਕਈ ਥਾਵਾਂ ਦੇ ਉੱਤੇ ਗੁਰੂ ਜੀ ਨੇ ਬਿੰਦੀ ਲਗਾ ਦਿੱਤੀ ਹੈ ਤੇ ਬਾਕੀ ਥਾਵਾਂ ਤੇ ਨਹੀਂ ਲਗਾਈ, ਕਿ ਤੁਸੀਂ ਆਪ ਮਤਲਬ ਧਿਆਨ ਰੱਖ ਸਕੋ। ਜਿਵੇਂ ਨਾ ਇਹ ਐਵੇਂ ਹੁੰਦਾ ਵੀ ਜਿਵੇਂ ਮੈਂ ਤੁਹਾਡੀ ਗੱਲ ਕਰਦਾ ਵਾਂ ਕਿ ਸਰਦਾਰ ਤਰਲੋਚਨ ਸਿੰਘ ਜੀ ਅੱਜ ਕਲਾਸ ਵਿੱਚ ਆਉਣਗੇ, ਸਰਦਾਰ ਤਰਲੋਚਨ ਸਿੰਘ ਜੀ ਹੋਸਟ ਬਣਨਗੇ, ਸਰਦਾਰ ਤਰਲੋਚਨ ਸਿੰਘ ਜੀ ਬਾਣੀ ਦੀ ਸਿੱਖਿਆ ਦੇਣਗੇ, ਤਾਂ ਹੁਣ ਇਹਨਾਂ ਔੜ ਜਿਹਾ ਲੱਗ ਰਿਹਾ ਵੀ ਹਰ ਵਾਰੀ ਤੁਹਾਡਾ ਨਾਮ ਲੈਣ ਨਾਲ। ਤਾਂ ਮੈਂ ਫਿਰ ਇੰਝ ਕਹਾਂਗਾ ਵੀ ਸਰਦਾਰ ਤਰਲੋਚਨ ਸਿੰਘ ਜੀ ਕਲਾਸ ਵਿੱਚ ਆਉਣਗੇ ਤੇ ਉਹ ਹੋਸਟ ਬਣਨਗੇ ਔਰ ਉਹ ਤੁਹਾਨੂੰ ਗੁਰਬਾਣੀ ਦੇ ਨਾਲ ਜੋੜਨਗੇ। ਇੱਥੇ ਉਹਦਾ ਮਤਲਬ ਹੈਗਾ ਕਿ ਅੰਡਰਸਟੈਂਡ ਹੈਗਾ ਕਿ ਮੈਂ ਤੁਹਾਡੀ ਗੱਲ ਕਰ ਰਿਹਾ ਵਾਂ। ਤਾਂ ਇਸ ਤਰ੍ਹਾਂ ਗੁਰੂ ਜੀ ਨੇ ਇੱਕ ਜਗ੍ਹਾ ਤੇ ਲਗਾ ਕੇ ਤੇ ਦੂਜੀ ਜਗ੍ਹਾ ਤੇ ਇਸ਼ਾਰੇ ਵਾਸਤੇ ਤੁਸੀਂ ਆਪ ਉਸਨੂੰ ਉਹਦਾ ਉਚਾਰਨ ਕਰ ਸਕਦੇ ਹੋ। ਔਰ ਦੂਜੇ ਨੰਬਰ ਤੇ ਜਿਹੜੀ ਵਿਆਕਰਨ ਹੈ, ਹਰ ਇੱਕ ਭਾਸ਼ਾ ਦੀ ਵਿਆਕਰਨ ਬਾਅਦ ਵਿੱਚ ਬਣਦੀ ਹੈ। ਪਹਿਲਾਂ ਉਹ ਭਾਸ਼ਾ ਤਿਆਰ ਹੁੰਦੀ ਹੈ ਤੇ ਉਸ ਤੋਂ ਬਾਅਦ ਉਹਦੀ ਜਿਹੜੀ ਨਾ ਵਿਆਕਰਨ ਬਣਾਈ ਜਾਂਦੀ ਹੈ ਕਿਸੇ ਦੂਜੇ ਨੂੰ ਸਮਝਾਉਣ ਵਾਸਤੇ ਔਰ ਸਮਝਣ ਵਾਸਤੇ। ਤੇ ਜੇ ਅਸੀਂ ਕਿਸੇ ਅਨਧਰਮੀ ਨੂੰ ਸਮਝਾਉਣਾ ਚਾਹੁੰਦੇ ਹਾਂ, ਜਿਵੇਂ ਕੋਈ ਗੋਰਾ ਹੈਗਾ ਜਾਂ ਹੋਰ ਕੋਈ ਹੈਗਾ ਜਾਂ ਮਤਲਬ ਹਿੰਦੀ ਵਾਲਾ ਹੈਗਾ ਜਾਂ ਪੰਜਾਬੀ ਵਾਲਾ ਵੀ ਜੇ ਸਮਝਣਾ ਚਾਹਵੇ, ਤਾਂ ਉਹਨੂੰ ਜੇ ਅਸੀਂ ਗ੍ਰਾਮੈਟਿਕਲੀ ਸਮਝਾਵਾਂਗੇ ਤਾਂ ਉਹ ਜਲਦੀ ਸਮਝ ਆ ਜਾਵੇਗੀ। ਜਿਸ ਤਰ੍ਹਾਂ ਮੈਂ ਕਹਿੰਦਾ ਵਾਂ, I was going tomorrow, I was going tomorrow, ਤਾਂ ਕਿ ਇਹ ਸ਼ਬਦ ਠੀਕ ਹੈ। ਤੁਸੀਂ ਕਹੋਗੇ ਨਹੀਂ ਗਲਤ ਹੈਗਾ, ਤੇ ਜੇ ਮੈਂ ਕਹਾਂ ਯਾਰ ਵਾਜ ਦੀ ਵੀ ਸਪੈਲਿੰਗ ਠੀਕ ਹੈ, ਗੋਇੰਗ ਦੀ ਵੀ, ਟੁਮਾਰੋ ਵੀ ਪ੍ਰੋਬਲਮ ਠੀਕ ਹੈ, ਤਾਂ ਇਹ ਗ੍ਰਾਮੈਟਿਕਲੀ ਪ੍ਰੋਬਲਮ ਹੈ। I was going yesterday ਹੋ ਸਕਦਾ ਨਾ। ਐਵੇਂ ਇਹ ਵਿਆਕਰਨਿਕ ਤੌਰ ਤੇ ਜਦੋਂ ਅਸੀਂ ਇਹਨਾਂ ਨੂੰ ਉਚਾਰਾਂਗੇ ਤੇ ਫਿਰ ਸਾਨੂੰ ਸਮਝ ਆਏਗੀ। ਇਹਦੇ ਵਾਸਤੇ ਥੋੜੀ ਜਿਹੀ ਵਿਆਕਰਨ ਪੜ੍ਹਨੀ ਪਊਗੀ, ਉਹ ਆਪਾਂ ਅਗਲੇ ਆਉਣ ਵਾਲੇ ਟਾਈਮ ਦੇ ਵਿੱਚ ਕਰ ਲਾਂਗੇ। ਠੀਕ ਹੈ, ਮਿਹਰਬਾਨੀ। ਇੱਕ ਦਿਨ ਇਹਨਾਂ ਦੇ ਮੈਂ ਨਾਲ ਹੀ ਪੁੱਛ ਲਾਂ, ਇਹ ਜਿਹੜੀ ਵਿਆਕਰਨ ਸੀਗੀ ਉਸ ਵੇਲੇ ਸੀਗੀ? ਬਿਲਕੁਲ ਬਿਲਕੁਲ ਹੈ ਸੀ, ਤਾਂ ਹੀ ਇਹ ਸਿਹਾਰੀਆਂ ਔਰ ਔਂਕੜ ਲਗਾਏ ਨੇ, ਨਹੀਂ ਤਾਂ ਨਹੀਂ। ਤੁਸੀਂ ਪੂਰੀ ਗੁਰਬਾਣੀ ਨੂੰ ਜਦੋਂ ਪੜ੍ਹੋਗੇ ਨਾ ਤਾਂ ਬਿਲਕੁਲ ਤੁਹਾਨੂੰ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੇਮ ਲਾਗੂ ਨਜ਼ਰ ਹੀ ਪੈਣਗੇ। ਜਿਵੇਂ ਕਿ ਆਪਾਂ ਇੱਥੇ ਕਲਾਸ ਵਿੱਚ ਪੜ੍ਹਦੇ ਵੀ ਰਹੇ ਹਾਂ, ਤਾਂ ਜਿਵੇਂ ਜਿਵੇਂ ਤੁਸੀਂ ਪੜ੍ਹੋਗੇ ਤੁਹਾਨੂੰ ਪੂਰੇ ਦੇ ਪੂਰੇ ਉਹ ਨੇਮ ਲਾਗੂ ਆਉਂਦੇ ਦਿਸਣਗੇ। ਜਿਹੜੇ ਸੱਸੇ ਪੈਰ ਬਿੰਦੀ, ਬੱਬੇ ਪੈਰ, ਖੱਖੇ ਪੈਰ ਬਿੰਦੀ, ਇਹ ਬਿੰਦੀਆਂ ਤਾਂ ਫਿਰ ਬਾਅਦ ਚ ਆਪਾਂ ਕ੍ਰੀਏਟ ਕੀਤੀਆਂ। ਹਾਂਜੀ, ਤੇ ਉਸ ਅਸਲ ਦੇ ਵਿੱਚ ਨਾ ਜਿਹੜਾ ਸ਼ਬਦ ਜਿਵੇਂ ਹੈਗਾ ਅਸੀਂ ਉਹਨੂੰ ਉਸੇ ਤਰ੍ਹਾਂ ਬੋਲ ਸਕਦੇ ਹਾਂ। ਫਾਰ ਐਗਜ਼ਾਮਪਲ ਇਹ ਸਾਰੀਆਂ ਬੋਲੀਆਂ ਵਿੱਚ ਹੀ ਹੁੰਦਾ ਹੈ। ਜਿਵੇਂ ਨਾ CHALK, ਇਹਨੂੰ ਆਪਾਂ ਕੀ ਬੋਲਾਂਗੇ? ਬੋਲ ਕੇ ਦੱਸੋ। CHALK ਕੀ ਬੋਲਾਂਗੇ? ਨਹੀਂ, CHALK ਚੌਕ ਬੋਲਾਂਗੇ, ਲੇਕਿਨ ਇਹਨੂੰ ਚਾਲਕ ਨਹੀਂ ਬੋਲ ਰਹੇ ਅਸੀਂ, ਕਨੌਲਜ ਨਹੀਂ ਬੋਲਦੇ, ਕਨਾਈਫ ਨਹੀਂ ਬੋਲਦੇ, ਠੀਕ ਹੈ ਨਾ। ਇਹ ਹਰ ਭਾਸ਼ਾ ਦੇ ਵਿੱਚ ਹੀ ਹੁੰਦੀ ਹੈ ਵਿਆਕਰਨ। ਜਿਵੇਂ K ਸਾਇਲੈਂਟ ਹੈਗਾ, ਕਨਾਈਫ, ਕਨੌਲਜ, ਚਾਕ, L ਸਾਇਲੈਂਟ ਹੈਗਾ। ਅਸੀਂ ਲੈਫਟੀਨੈਂਟ ਕਹਿੰਦੇ ਹਾਂ ਤੇ ਲਿਖਿਆ ਉਹਦੀ ਸਪੈਲਿੰਗ ਹੋਰ ਢੰਗ ਨਾਲ ਹੁੰਦੀ ਹੈ ਨਾ। ਜਿਵੇਂ ਸਾਈਕੋਲੋਜੀ, ਤਾਂ ਉਹਦੇ ਥੱਲੇ ਅੱਗੇ ਪਹਿਲੋਂ P ਲਿਖਿਆ ਹੁੰਦਾ ਹੈ। ਗਿਆਨੀ ਜੀ, ਜਿਹੜੀ ਟਕਸਾਲੀ ਆ, ਹਾਂਜੀ, ਉਹ ਜਿਹੜੇ ਟਕਸਾਲੀ ਆ ਉਹ ਕਿਉਂ ਬੁਰਾ ਮਨਾਉਂਦੇ ਆ ਜਦੋਂ ਅਸੀਂ ਬਿੰਦੀਆਂ ਟਿੱਪੀਆਂ ਲਗਾਉਂਦੇ ਆ? ਭੈਣ ਇਹਦਾ ਤਾਂ ਜਵਾਬ ਟਕਸਾਲੀ ਹੀ ਦੇ ਸਕਦੇ ਨੇ। ਉਹਨਾਂ ਤੇ ਰਹਿਣ ਦੇ। ਕਈ ਵਾਰੀ ਮਿਲ ਜਾਂਦੇ ਆ, ਬੜਾ ਆਰਗੂ ਕਰਦੇ ਆ, ਕਹਿੰਦੇ ਤੁਸੀਂ ਕਿਉਂ ਲਗਾਉਂਦੇ, ਓਦਾਂ ਹੀ ਪੜ੍ਹੋ ਜਿੱਦਾਂ। ਮੈਂ ਕਿਹਾ ਫਿਰ ਸਾਨੂੰ ਮੀਨਿੰਗ ਨਹੀਂ ਸਮਝ ਆਉਂਦੀ। ਦੇਖੋ, ਜੇ ਓਦਾਂ ਹੀ ਪੜਾਂਗੇ ਜਿਵੇਂ ਲਿਖਿਆ ਹੈ ਨਾ, ਜੇ ਓਦਾਂ ਹੀ ਪੜਾਂਗੇ ਮੀਨਿੰਗ ਨਹੀਂ ਕਰ ਸਕਦੇ। ਨਹੀਂ, ਮੀਨਿੰਗ ਨੂੰ ਵੀ ਛੱਡ ਦਿਓ, ਫਿਰ ਇੱਕ ਓੰਕਾਰ ਨੂੰ ਕੀ ਪੜੋਗੇ?
ਕਿਉਂਕਿ ਉਦਾਂ ਤੇ ਫਿਰ ਇੱਕ ਓੰਕਾਰ ਤੋਂ ਹੀ ਜਿਵੇਂ ਨਾਨਕ ਹੁਕਮੈ ਜੀ ਬੁਝੈ ਤੱਤਾ ਹਉਮੈ ਕਹੇ ਨੰਨਾ ਕੋਈ ਪੜਨਾ ਪਏਗਾ ਨਾ ਉਹਨੂੰ। ਤਾਂ ਤੇ ਪੜੋਗੇ ਤਾਂ ਤੱਤਾ ਇਕੱਲਾ ਲਿਖਿਆ, ਨਾ ਤੇ ਔਂਕੜ ਨਾ ਸਿਆਰੀ ਕੁਛ ਨਹੀਂ, ਨੰਨੇ ਨਾਲ ਕੁਛ ਨਹੀਂ ਲੱਗਾ। ਤਾਂ ਨਾਨਕ ਹੁਕਮੈ ਤਾਂ ਬੁਝੇ, ਨਾਨਕ ਹੁਕਮੈ ਜੀ ਬੁਝੇ ਤੱਤਾ ਹਉਮੈ ਕਹੇ ਨੰਨਾ ਕੋਈ ਥੋੜੀ ਪੜਦੇ ਹੋ। ਨੰਬਰ 3, ਜੇ ਅਸੀਂ ਐਵੇਂ ਹੀ ਪੜ੍ਹਨਾ ਜਿਵੇਂ ਲਿਖਿਆ ਹੈ ਤਾਂ ਉਵੇਂ ਪੜ੍ਹਿਆ ਨਹੀਂ ਜਾਣਾ। ਜਿਵੇਂ ਸੁਹੇਲਾ ਹੈਗਾ ਤੇ ਸੱਸੇ ਦੇ ਉੱਤੇ ਹੋੜਾ ਵੀ ਲੱਗਾ ਹੈ ਤੇ ਸੱਸੇ ਦੇ ਥੱਲੇ ਔਂਕੜ ਵੀ ਲੱਗਾ ਹੈ, ਉਹਨੂੰ ਕਿਵੇਂ ਪੜੋਗੇ? ਉਹਨੂੰ ਇੱਕ ਪੜ੍ਹਨਾ ਪੈਣਾ, ਜਾਂ ਤਾਂ ਸੁਹੇਲਾ ਜਾਂ ਸੁਹੇਲਾ, ਇੱਕ ਉਹਨਾਂ ਚੋਂ ਛੱਡਣੀ ਪੈਣੀ ਹੈ। ਗੁਰੂ ਜੀ ਨੇ 2 ਮਾਤਰਾ ਇਸ ਕਰਕੇ ਲਗਾਈਆਂ ਨੇ, ਇੱਕ ਤਾਂ ਕਾਵ ਤੋਲ ਨੂੰ ਪੂਰਾ ਕਰਨ ਲਈ ਲਗਾਈ ਹੈ ਔਰ ਇੱਕ ਮਾਤਰਾ ਉਹਦਾ ਅਸਲ ਸਰੂਪ ਦੱਸਣ ਲਈ ਲਗਾਈ ਹੈ। ਇਹਨਾਂ ਚੀਜ਼ਾਂ ਨਾਲ ਨਾ ਲੜਿਆ ਨਹੀਂ ਕੋਈ ਨਤੀਜਾ ਨਿਕਲਦਾ। ਜਦੋਂ ਅਸੀਂ ਬੜੇ ਪਿਆਰ ਨਾਲ, ਠਰਮੇ ਨਾਲ, ਸ਼ਰਧਾ ਨਾਲ ਅਸੀਂ ਇਹਨਾਂ ਨੂੰ ਵਿਚਾਰਦੇ ਹਾਂ, ਫਿਰ ਸਮਝ ਆ ਜਾਂਦੀ। ਜਦੋਂ ਅਸੀਂ ਵਿਆਕਰਨ ਨੂੰ ਪੜ੍ਹਾਂਗੇ ਨਾ ਸਟੈਪ ਬਾਈ ਸਟੈਪ, 80-85 ਇਹਦੇ ਹੈਗੇ ਨੇ ਨੇਮ, ਜਦੋਂ ਅਸੀਂ ਉਹਨਾਂ ਨੂੰ ਪੜਾਂਗੇ ਤਾਂ ਫਿਰ ਸਮਝ ਆ ਜਾਏ, ਇੱਕਦਮ ਨਹੀਂ ਆਉਂਦਾ। ਧੰਨਵਾਦ। ਥੈਂਕ ਯੂ ਜੀ, ਮਿਹਰਬਾਨੀ ਜੀ। ਮੈਂ ਸਤਿੰਦਰ ਸਿੰਘ ਜੀ ਕੋਲ ਆਉਣ ਲੱਗਾ, ਉਹਦੇ ਬਾਅਦ ਚ ਜਗਨੀਤ ਕੌਰ ਜੀ ਆਪ ਜੀ ਦੀ ਪੋਤੀ ਆਈ ਸੀ ਪਰ ਉਹ ਡਿਸਅਪੀਅਰ ਹੋ ਗਈ। ਫਿਰ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਜੇ ਉਹਨਾਂ ਨੇ ਕੋਈ ਬਾਬਾ ਜੀ ਨੂੰ ਗੱਲ ਕਰਨੀ ਹੈ ਤਾਂ ਉਹ ਵੀ ਆ ਜਾਣ ਜ਼ਰੂਰ। ਸਤਿੰਦਰ ਸਿੰਘ ਜੀ ਤੁਸੀਂ ਆ ਜਾਓ ਪਹਿਲਾਂ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਫਤਿਹ। ਇੱਕ ਤੇ ਬਹੁਤ ਹੀ ਓਪਨ ਅੱਜ ਤੱਕ ਜਿਹੜਾ ਵਿਆਖਿਆ ਸੀ, ਬਹੁਤ ਹੀ ਓਪਨ, ਬਹੁਤ ਅੱਛਾ ਲੱਗਿਆ ਭਾਈ ਸਾਹਿਬ ਜੀ। ਅੱਛਾ, ਦੂਸਰਾ ਮੈਂ ਹੁਣ ਨਾ ਐਕਚੁਅਲੀ ਪਾਠ ਕਰਨਾ ਸ਼ੁਰੂ ਕੀਤਾ ਹੈ ਤੇ ਉਹਦੇ 'ਚ ਹੀ ਸਮਝ ਨਹੀਂ ਆਉਂਦੀ ਤੇ ਮੈਂ ਨਾ ਇੰਗਲਿਸ਼ ਦਾ ਵੀ ਉਹਦੀ ਟ੍ਰਾਂਸਲੇਸ਼ਨ ਰੱਖੀ ਨਾਲ, ਤੇ ਉਹ ਵਰਡਸ ਨੂੰ ਪਤਾ ਲੱਗ, ਇੰਗਲਿਸ਼ ਦੀ ਟ੍ਰਾਂਸਲੇਸ਼ਨ ਨਾਲ ਰੱਖੀ ਹੈ, ਇੰਗਲਿਸ਼ ਦੀ। ਹਾਂਜੀ ਹਾਂ, ਕਿਉਂਕਿ ਮੈਨੂੰ ਸਮਝ ਨਹੀਂ ਆਉਂਦੀ ਨਾ ਕਈ ਵਾਰ, ਕੋਈ ਵਰਡਸ ਹੈਗੇ ਨੇ, ਕੋਈ ਕਿਹੜੇ ਦੇ ਵਰਡਸ ਹੈਗੇ ਨੇ, ਤੇ ਕਈ ਜਿੱਧਰ ਅਸੀਂ ਗਲਤ ਬਿੰਦੀ ਲਗਾ ਦੀ ਉਹਦਾ ਮਤਲਬ ਤਾਂ ਨਹੀਂ ਬਦਲ ਜਾਏਗਾ ਇਸ ਤਰ੍ਹਾਂ? ਕਈ ਵਾਰ ਨਾ ਮਤਲਬ ਥੋੜਾ ਜਿਹਾ ਬਦਲ ਜਾਂਦਾ ਹੈ। ਦੇਖੋ ਜਿਵੇਂ ਨਾ ਇੱਕ ਸ਼ਬਦ ਹੈਗਾ ਕੱਕੇ ਥੱਲੇ ਔਂਕੜ ਤੇ ਤੱਤੇ ਨਾਲ ਬਿਹਾਰੀ। ਹੁਣ ਇਹ ਸ਼ਬਦ ਹੈਗਾ, ਮੰਨ ਲਓ ਕਿ ਕਿਸੇ ਦੀ ਮਾਂ ਦਾ ਨਾਂ ਵੀ, ਆਪਾਂ ਕੋਈ ਭੀਮ ਹੈ, ਭੀਮ ਲੈ ਲਓ, ਭੀਮ ਦੀ ਮਾਂ ਦਾ ਨਾਂ ਕੁੰਤੀ ਹੈ, ਤੇ ਜੇ ਬਿੰਦੀ ਹਟਾ ਦਈਏ ਤੇ ਇਹਦਾ ਮਤਲਬ ਬਣ ਜਾਏਗਾ ਭੀਮ ਦੀ ਮਾਂ ਦਾ ਨਾਂ ਕੁੱਤੀ ਹੈ। ਕੁੱਤੀ ਹੈ, ਗੜਬੜ ਹੋ ਜਾਏਗਾ। ਬਿਲਕੁਲ 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 ਬਿਲਕੁਲ। ਤੇ ਵਿਸ਼ਰਾਮ ਨਾਲ ਵੀ ਗੜਬੜ ਹੋ ਜਾਏਗਾ ਤੇ ਬਿੰਦੀ ਦੇ ਨਾਲ ਵੀ ਹੋ ਜਾਏਗਾ। ਤੇ ਜੇ ਅਸੀਂ ਬਿੰਦੀ ਨਹੀਂ ਲਗਾਵਾਂਗੇ ਤਾਂ ਵੀ ਗੜਬੜ ਹੋ ਜਾਏਗਾ। ਉਚਾਰਨ ਨਾਲ ਥੋੜਾ ਫਰਕ ਤਾਂ ਜ਼ਰੂਰ ਪੈਂਦਾ ਹੈ। ਠੀਕ 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 ਹੈ, ਓਕੇ ਜੀ, ਥੈਂਕ ਯੂ ਵੈਰੀ ਮਚ ਭਾਈ ਸਾਹਿਬ ਜੀ, ਥੈਂਕ ਯੂ ਵੈਰੀ ਮਚ। ਮਿਹਰਬਾਨੀ ਜੀ ਸਤਿੰਦਰ ਸਿੰਘ ਜੀ, ਮਿਹਰਬਾਨੀ। ਹਾਂਜੀ ਜਗਨੀਤ ਕੌਰ, ਅਨਮਿਊਟ ਹੋ ਜਾਓ ਪਲੀਜ਼। ਹਾਂ ਠੀਕ ਹੈ ਜੀ, ਕਰੋ ਗੱਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਨੀਤ ਕੌਰ ਜੀ, ਅੱਜ ਤੁਹਾਨੂੰ ਇਹ ਸਾਡਾ ਕਲਾਸ ਕਿਵੇਂ ਲੱਗੀ? ਬਹੁਤ ਅੱਛੀ ਲੱਗੀ ਸੀ, ਤੁਸੀਂ ਬਹੁਤ ਅੱਛਾ ਬੋਲਿਆ ਸੀ। ਤੇ ਬੇਟਾ ਕੀ ਤੁਹਾਨੂੰ ਸਮਝ ਆਇਆ ਅੱਜ? ਮੈਨੂੰ ਮੈਂ ਲਿਖਿਆ ਪੁਆਇੰਟਸ, ਪਰ ਮੈਨੂੰ ਜੋ ਸਭ ਤੋਂ ਅੱਛੀ ਤੁਹਾਡੀ ਗੱਲ ਲੱਗੀ ਸੀ ਉਹ ਸੀ ਸੱਚਿਆਰ ਹੋਣਾ ਜ਼ਿੰਦਗੀ ਹੈ। ਵੈਰੀ ਗੁੱਡ। ਤੇ ਕਿਹੜੇ ਕਿਹੜੇ ਪੁਆਇੰਟ ਨੋਟ ਕੀਤੇ, ਇੱਕ ਦੋ ਦੱਸੋਗੇ? ਹਾਂਜੀ। ਪੜ੍ਹਾਈ ਦਾ ਫਾਇਦਾ ਹੀ ਨਹੀਂ ਜੇ ਤੁਸੀਂ ਗਲਤ ਕੰਮ ਕਰੋਗੇ। ਜੇ ਜ਼ਿੰਦਗੀ ਵਿੱਚ ਸੱਚ ਨਹੀਂ ਆਇਆ ਤੇ ਲਿਖ ਪੜਿਆ ਤੇ ਤਾਂ ਕੜਿਆ। ਉਹ ਬੱਲੇ ਬੱਲੇ, ਥੈਂਕ ਯੂ। ਮੈਂ ਹੋਰ ਵੀ ਲਿਖੇ ਨੇ ਪੁਆਇੰਟਸ। ਚਲੋ ਬੇਟੇ ਇੰਨਾ ਬਹੁਤ ਹੈ, ਫਿਰ ਬਾਕੀ ਦਾ ਨੇ ਵੀ ਟਾਈਮ ਲੈਣਾ ਨਾ, ਵੀਰਾਂ ਨੇ ਫਿਰ ਟਾਈਮ ਜ਼ਿਆਦਾ ਲੱਗ, ਇੰਨਾ ਹੀ ਬਹੁਤ। ਥੈਂਕ ਯੂ। ਹਾਂਜੀ, ਬਹੁਤ ਮਿਹਰਬਾਨੀ ਜੀ ਤੁਹਾਡੀ। ਹਾਂਜੀ ਨਿਰਮਲ ਸਿੰਘ ਜੀ, ਤੁਸੀਂ ਕੁਛ? ਨਿਰਮਲ ਸਿੰਘ ਜੀ ਅਨਮਿਊਟ ਹੋ ਜਾਓ ਤੁਸੀਂ। ਪ੍ਰਧਾਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ। ਹਾਂਜੀ ਮੇਰੀ ਆਵਾਜ਼ ਠੀਕ ਨਹੀਂ ਆਉਂਦੀ? ਹਾਂਜੀ ਆ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ ਸਾਰਿਆਂ ਨੂੰ। ਤੇ ਕੋਈ ਖਾਸ ਬੋਲਣ ਦੀ ਕੋਈ ਥਾਂ ਨਹੀਂ ਹੈਗੀ, ਤੇ ਕਿਉਂਕਿ ਐਵੇਂ ਕਈ ਵਾਰ ਚੀਜ਼ਾਂ ਜਿਹੜੀ ਜੋ ਗਿਆਨੀ ਜੀ ਨੇ ਦੱਸਿਆ, ਬਹੁਤ ਸੋਹਣਾ ਦੱਸਿਆ। ਕਈ ਵਾਰ ਜਿਹੜੀਆਂ ਚੀਜ਼ਾਂ ਨਾ ਆਪਾਂ ਕੁਛ ਜੇ ਆਪਾਂ ਬਹਿਸਾਂ ਵਿੱਚ ਪੈ ਜਾਵਾਂਗੇ, ਚੁਣਨੇ ਤੋਂ ਕੁਛ ਨਹੀਂ ਹੈਗਾ। ਇਸ ਕਰਕੇ ਤੇ ਧੰਨਵਾਦ ਹੀ ਆਪਾਂ ਕਰ ਸਕਦੇ ਹਾਂ।
ਸਾਰਿਆਂ ਦਾ ਤੇ ਗਿਆਨੀ ਹੋਣਾ ਦਾ ਇਹ ਬਹੁਤ ਸੋਹਣੇ ਸੁਚੱਜੇ ਢੰਗ ਨਾਲ ਦੱਸਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਬਹਿਸ ਵਾਲਾ ਤਾਂ ਕੰਮ ਹੀ ਕੋਈ ਨਹੀਂ ਜੀ, ਬਿਲਕੁਲ ਵਧੀਆ ਤਰੀਕੇ ਨਾਲ ਐਕਸਪਲੇਨ ਹੋ ਗਈ ਆ। ਇਹਦੇ ਵਿੱਚੋਂ ਜੇ ਕੋਈ ਕੁਐਸਚਨ ਹੁੰਦਾ ਤਾਂ ਉਹਦੇ ਵਾਸਤੇ ਆਪਾਂ ਕਰ ਸਕਦੇ ਸੀਗੇ। ਤੇ ਬਾਕੀ ਹੋਰ ਤਾਂ ਕੋਈ ਅਨਮਿਊਟ ਨਹੀਂ ਜੀ ਹੈਗਾ। ਜੇ ਕਿਸੇ ਨੇ ਹੋਰ ਗੱਲ ਕਰਨੀ ਸੀ ਤਾਂ ਭਾਈ ਜਤਿੰਦਰ ਸਿੰਘ ਜੀ ਕੁਝ ਕਹਿਣਾ ਚਾਹੁੰਦੇ ਹੋ? ਮੈਂ ਹਾਂਜੀ ਕਰੋ ਗੱਲ ਜੀ। ਕੋਈ ਸਵਾਲ ਨਹੀਂ। ਹੈਲੋ ਜੀ ਜਤਿੰਦਰ ਸਿੰਘ ਜੀ। ਹਾਂਜੀ ਵੀਰ ਜੀ, ਬਹੁਤ ਆਨੰਦ ਆਇਆ, ਵੈਰੀ ਨਾਈਸ। ਕੋਈ ਸਵਾਲ ਬਚਦਾ ਹੀ ਨਹੀਂ ਭਾਈ ਸਾਹਿਬ ਦੀ। ਠੀਕ ਹੈ, ਬਿਲਕੁਲ ਸਹੀ ਗੱਲ ਹੈ ਤੁਹਾਡੀ। ਧੰਨਵਾਦ ਧੰਨਵਾਦ। ਬਿਲਕੁਲ ਸਹੀ ਕਹਿ ਰਹੇ। ਹਾਂਜੀ ਗੁਰਮੁਖ ਸਿੰਘ ਜੀ, ਤੁਸੀਂ ਤਾਂ ਨਹੀਂ ਕੁਝ ਪੁੱਛਣਾ ਜੀ? ਜਾਂ ਤੁਸੀਂ ਤਾਂ ਬਿਜ਼ੀ ਸੀਗੇ ਨੋਟ ਬਣਾਉਣ ਦੇ ਵਿੱਚ? ਇੰਨਾ ਹੀ ਆ ਜੀ, ਅੱਜ ਫਤਿਹ ਬੁਲਾ ਦਿੰਦੇ ਆ ਜੀ। ਧੰਨਵਾਦ ਜੀ ਮੋਹਨ ਸਿੰਘ ਜੀ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ। ਥੈਂਕ ਯੂ ਜੀ। ਅੱਛਾ ਠੀਕ ਹੈ ਜੀ, ਫਿਰ ਆਪਾਂ ਇੱਥੇ ਸਮਾਪਤੀ ਕਰਦੇ ਹਾਂ। ਸਾਰੀ ਸੰਗਤ ਦਾ ਵੀ ਬਹੁਤ ਬਹੁਤ ਧੰਨਵਾਦ, ਗਿਆਨੀ ਜੀ ਦਾ ਵੀ ਬਹੁਤ ਬਹੁਤ ਧੰਨਵਾਦ। ਤੇ ਅਸੀਂ ਕੱਲ ਨੂੰ ਇਸੇ ਤਰ੍ਹਾਂ ਮੁੜ ਕੇ ਫੇਰ ਆਵਾਂਗੇ ਜੀ, ਸੇਮ ਟਾਈਮ ਤੇ ਤਦ ਤੱਕ ਲਈ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ।